ਇਹ ਇਕੱਠ ਸੱਦਣ ਦੀ ਲੋੜ ਕਿਉਂ ਪਈ ਉਸੇ ਸੰਸਥਾ ਖਿਲਾਫ ਜਿਹੜੀ ਸੰਸਥਾ ਬੜੇ ਮਾਣ ਦੇ ਨਾਲ ਸ਼ਹੀਦੀਆਂ ਦੇ ਕੇ ਜਿਹੜੀ ਉਹ ਸੰਸਥਾ ਸਿੱਖਾਂ ਨੇ ਹੋਂਦ ਚ ਲਿਆਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਬਾਦਲ ਟੱਬਰ ਦੀ ਰਖੇਲ ਨਹੀਂ, ਅਕਾਲੀਆਂ ਦੀ ਦੇਣ ਹੈ, ਕਾਲੀ ਦਾਲ ਬਾਦਲਕਿਆਂ ਦੀ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੰਬੜੀਆਂ ਹੋਈਆਂ ਜੋਕਾਂ ਸਿਆਸੀ ਲੋਕ ਬਾਦਲਕਿਆਂ ਦਾ ਕਬਜ਼ਾ ਜਿਹਦੇ ਖਿਲਾਫ ਹਾਂ, ਜਿਨ੍ਹੇ ਹੁਣ ਤੱਕ ਮਾਣ ਮਰਜ਼ਾਦਾ ਜਾਂ ਸਿੱਖੀ ਸਿਧਾਂਤਾਂ ਨੂੰ ਢਾਹ ਲਾਈ। ਜੇ ਖੁਦਾਈ ਦੌਰਾਨ ਪੁਰਾਤਨ ਇਮਾਰਤਾਂ ਨਿਕਲੀਆਂ ਨੇ, ਇੱਕ ਪਾਸੇ ਉਹ ਹੈ ਜੀ ਤਾਂ ਬੀਬੀ ਜਗੀਰ ਕੌਰ ਜੀ ਕਹਿੰਦੇ ਵੀ ਸਕੂਟਰ ਸਟੈਂਡ ਬਣਾਉਣਾ ਹੈ, ਉੱਥੇ ਜਿਹੜੀ ਇੱਕ ਸਰਾਂ ਬਣਾਉਣੀ ਸੰਗਤਾਂ ਦੀ ਰਿਹਾਇਸ਼ ਵਾਸਤੇ, ਵਡਾਲਾ ਆ ਜਾਂ ਹੋਰ ਆ ਜਿਹਨੇ ਸਾਰੀ ਉਮਰ ਆਪਦੇ ਬੱਚੇ ਗੁਰੂ ਦੀ ਗੋਲਕ ਚੋਂ ਪਾਲੇ, ਕਹਿੰਦੇ ਆ ਕੇ ਮਾਹੌਲ ਖਰਾਬ ਕਰਦਾ ਹੈ, ਉਹ ਸ਼ਰਾਰਤੀ ਅਨਸਰ ਹੈ। ਤੁਹਾਨੂੰ ਇਸ ਤਰ੍ਹਾਂ ਕਿਉਂ ਕਹਿੰਦੇ? ਸ਼ਰਾਰਤੀ ਅਨਸਰ ਉਹ ਨੇ ਜਿਹੜਾ ਤਖਤ ਤੇ ਖਲੋ ਕੇ ਝੂਠ ਬੋਲਦਾ ਹੈ। ਗੁਰੂ ਦੀਆਂ ਗੋਲਕਾਂ ਤੋਂ 95 ਲੱਖ ਰੁਪਏ ਝੂਠ ਬੋਲਣ ਤੇ ਲਾ ਦਿੰਦੇ ਨੇ। ਅਸੀਂ ਕਿਰਤ ਨੂੰ ਕੀਰਤ ਬਣਾਇਆ ਏ, ਧੰਦੇ ਨੂੰ ਧਰਮ ਬਣਾਇਆ ਆ, ਇਹਨਾਂ ਦੀ ਤਰ੍ਹਾਂ ਧਰਮ ਨੂੰ ਧੰਦਾ ਨਹੀਂ ਬਣਾਇਆ। ਗੁਰਿੰਦਰ ਸਿੰਘ ਨੇ KTV ਦੇ ਉੱਤੇ ਇਹ ਗੱਲ ਕਹੀ ਵੀ ਇਮਾਰਤ ਇਤਿਹਾਸਕ ਹੈ, ਇਹਨੂੰ ਸਾਂਭਣਾ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ, ਅਸੀਂ ਇਹਨੂੰ ਸਾਂਭੇ। ਬੀਤੇ ਦਿਨ ਇੱਕ ਅਖਬਾਰ ਹੈ, ਬੜਾ ਪੰਥਕ ਅਖਬਾਰ ਆ, ਉਹਦੇ 'ਚ ਖਬਰ ਛਪ ਜਾਂਦੀ ਹੈ ਜੀ, ਪੁਰਾਤੱਤਵ ਟੀਮ ਨੇ ਕਿਹਾ ਵੀ ਇਹ ਇਮਾਰਤ ਇਤਿਹਾਸਕ ਨਹੀਂ ਹੈਗੀ। ਜਿਹੜੇ ਬੰਦੇ ਨੂੰ ਅਗਵਾਈ ਮਿਲ ਜੇ ਵਡਾਲਾ ਸਾਹਿਬ, ਬੰਦੇ ਨੂੰ ਕੋਈ 4-10 ਬੰਦੇ ਉਹਨੂੰ ਸਿਲੈਕਟ ਕਰ ਲੈਣ, ਉਹਨੂੰ ਇਲੈਕਟ ਕਰ ਲੈਣ, ਉਹ ਇੱਕ ਸਟੇਟਮੈਂਟ ਦੇਣ ਤੋਂ ਪਹਿਲਾਂ 10 ਵਾਰੀ ਸੋਚਦਾ, ਪਹਿਲਾਂ ਤੋਲਦਾ ਫਿਰ ਬੋਲਦਾ। ਜਦੋਂ ਧਰਮ ਨੂੰ ਧੰਦਾ ਬਣਾ ਕੇ ਇਹੋ ਜਿਹੇ ਬੰਦੇ ਵੇਚਣ ਲੱਗਦੇ ਆ ਨਾ, ਫਿਰ ਰੱਬ ਨਾ ਡਾਂਗੀ ਮਾਰਦਾ ਪੁੱਠੀ ਦਿੰਦਾ ਮਤ। ਫਿਰ ਉਹ ਪਰਮੇਸ਼ਰ ਵੀ ਅਜਿਹਾ ਧੱਕਦਾ ਹੈ ਕਿ ਉਹ ਆਪਣੇ ਗੁਨਾਹਾਂ ਦੀ ਪੰਡ ਥੱਲੇ ਆਪ ਹੀ ਆ ਜਾਂਦੇ। ਤੇ ਜਿਨ੍ਹਾਂ ਦਾ ਪ੍ਰਧਾਨ ਹੀ ਸਿਰੇ ਦਾ ਗੱਪੀ ਕਹਿੰਦੇ ਹੋਣ ਜਿਹਨੂੰ, ਗੁਰੂ ਜਿਨ੍ਹਾਂ ਦੇ ਟੱਪਣੇ, ਤੇ ਫਿਰ ਚੇਲੇ ਵੀ ਉਹੋ ਜਿਹੇ ਹੋਇਆ ਕਰਦੇ ਆ। ਮਤੇ ਪੜ੍ਹੇ ਗਏ। ਇੱਕ ਵੱਡਾ ਚੈਲੰਜ ਜਿਹੜਾ ਪਹਿਲੀ ਵਾਰ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਸੰਗਤਾਂ ਨੇ ਇਸ ਤਰ੍ਹਾਂ ਇਸੇ ਵਿਰਾਸਤੀ ਮਾਰਗ ਤੇ ਦਿੱਤਾ ਵੀ ਕੁਝ ਦਿਨਾਂ ਬਾਅਦ 3 ਕਿ 4 ਦਿਨ ਦਾ ਤੁਸੀਂ ਸਮਾਂ ਦਿੱਤਾ, ਉਹ ਮਤੇ ਸਾਨੂੰ ਜ਼ਰੂਰ ਇੱਥੇ ਦੁਹਰਾ ਦਿਓ। ਔਰ ਵੱਡਾ ਜਿਹੜਾ ਚੈਲੰਜ ਆ, ਇੱਕ ਵੱਡੀ ਚੁਣੌਤੀ ਦਿੱਤੀ ਸ਼੍ਰੋਮਣੀ ਕਮੇਟੀ ਨੂੰ, ਕਾਰ ਸੇਵਕਾਂ ਨੂੰ, ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੂੰ, ਉਹ ਕੀ ਹੈ? ਕਾਰ ਸੇਵਾ ਦੇ ਨਾਮ ਹੇਠ ਸਰਕਾਰ ਸੇਵਾ ਤੇ ਮਾਰ ਸੇਵਾ। ਕਾਰ ਸੇਵਾ ਦੀ ਉਹ ਕੁੜਤੀ ਦੇ ਹੇਠ ਬੜੇ ਹੋਏ ਠੇਕੇਦਾਰ ਜਿਹੜੇ ਕੌਮ ਦਾ ਸਰਮਾਇਆ ਬੇੜਾ ਗਰਕ ਕਰ ਰਹੇ ਨੇ, ਪੁਰਾਤਨ ਵਿਰਾਸਤਾਂ ਨੂੰ ਖਤਮ ਕਰਕੇ ਉਹਦਾ ਨਵੀਨੀਕਰਨ ਕਰਕੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਸਾਡੇ ਇਤਿਹਾਸ ਤੋਂ ਤੋੜਨ ਵਾਸਤੇ ਕੋਝਾ ਯਤਨ ਕਰ ਰਹੇ ਆ। ਅਸੀਂ ਉਹਨਾਂ ਲੋਕਾਂ ਦੇ ਖਿਲਾਫ ਮਤਾ ਪਾਇਆ ਹੈ। ਇਹਨਾਂ ਦੇ ਐਗਰੀਮੈਂਟ ਜਿਹੜੇ ਕਮਰਿਆਂ 'ਚ ਵੜ ਹੁੰਦੇ ਆ ਕਰੋੜਾਂ ਦੇ, ਉਹ ਸਾਰੇ ਆਉਣ ਵਾਲੇ ਸਮੇਂ 'ਚ ਨੰਗੇ ਹੋਣ। ਚੋਰਾਂ ਨਾਲ ਕੁੱਤੀ ਰਲ ਗਈ, ਨਾ ਕੁੱਤੀ ਭੌਂਕੇ ਤੇ ਨਾ ਚੋਰ ਭੱਜੇ, ਤੇ ਫਿਰ ਉਹਦਾ ਹੱਲ ਰਹਿ ਗਿਆ ਕਿ ਅਤ ਹੀਰਨ ਮੈਂ ਤਬ ਜੂਝ ਮਰੂ। 1984 ਦਾ ਦਾਗ ਪਹਿਲਾਂ ਲੱਗਾ ਹੈ ਕਾਂਗਰਸ ਤੇ, ਆ ਹੁਣ ਦੂਜਾ ਉਹਨਾਂ ਨੇ ਫੇਰ ਲਵਾਉਣਾ 4 ਤਰੀਕ ਨੂੰ, ਅਗਰ ਕਾਰਵਾਈ ਨਹੀਂ ਕਰਦੇ। ਔਰ ਹੁਣ ਸਾਡੇ ਹੱਥ ਬਿਲਕੁਲ ਖੜੇ ਆ ਕਿ ਹੁਣ ਤਾਂ ਸਾਨੂੰ ਕੋਈ ਆਸ ਨਹੀਂ ਰਹਿ ਗਈ। ਵਿਰਾਸਤੀ ਮਾਰਗ ਦੇ ਉੱਤੇ ਅੱਜ ਸਿੱਖ ਸਦਭਾਵਨਾ ਦਲ ਵੱਲੋਂ ਇੱਕ ਵੱਡਾ ਪੰਥਕ ਇਕੱਠ ਸੱਦਿਆ ਗਿਆ। ਪੰਥਕ ਇਕੱਠ ਜਿਹੜਾ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਰ ਸੇਵਾ ਸੰਸਥਾ ਵੱਲੋਂ ਖੁਦਾਈ ਦੌਰਾਨ ਮਿਲੀਆਂ ਪੁਰਾਤਨ ਇਮਾਰਤਾਂ ਨੂੰ ਖਤਮ ਨਸ਼ਟ ਕਰਨ ਦੀ ਜਿਹੜੀ ਵਿਉਂਤ ਰਚੀ ਜਾ ਰਹੀ ਹੈ, ਉਹਨੂੰ ਰੁਕਵਾਉਣ ਦੀ ਖਾਤਰ ਹੈ। ਤੇ 328 ਸਰੂਪ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਲਾਈ ਜਾ ਰਹੀ ਗੋਲਡਨ ਆਫਸੈਟ ਪ੍ਰੈਸ ਦੇ ਵਿੱਚੋਂ ਗਾਇਬ ਹੋਏ ਆ ਜਾਂ ਬੇਅਦਬੀ ਹੋਈ ਆ ਕਿ ਵੇਚੇ ਗਏ ਆ, ਕਿੱਥੇ ਲਾਪਤਾ ਕੀਤੇ ਆ, ਉਹਦੇ ਬਾਰੇ ਇੱਕ ਵੱਡਾ ਪੰਥਕ ਇਕੱਠ ਹੋਇਆ। ਸਾਡੇ ਨਾਲ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਮੌਜੂਦ ਹੈ, ਅਸੀਂ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਾਲਾ ਸਾਹਿਬ, ਇਹ ਵਿਰਾਸਤੀ ਮਾਰਗ ਆ, ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਨੂੰ 100 ਸਾਲ ਤੋਂ 1 ਸਾਲ ਉੱਤੇ ਹੋ ਚੱਲਿਆ ਜਿੰਦੀ ਸਥਾਪਨਾ ਨੂੰ, ਜਿਸ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਗੁਰੂ ਪਾਤਸ਼ਾਹ ਦੇ ਆਸ਼ੇ ਨੂੰ ਪੂਰਾ ਕਰਨ ਦੀ ਖਾਤਰ, ਗੁਰਧਾਮਾਂ ਦੀ ਸਾਂਭ ਸੰਭਾਲ ਦੀ ਖਾਤਰ, ਉਸ ਵਕਤ ਦੇ ਉਹਨਾਂ ਲੋਕਾਂ ਨੂੰ ਗੁਰਦੁਆਰਿਆਂ 'ਚੋਂ ਬਾਹਰ ਕੱਢਣ ਦੀ ਖਾਤਰ ਕੀਤੀ ਗਈ ਜਿਹੜੇ ਗੁਰੂ ਆਸ਼ੇ ਦੇ ਖਿਲਾਫ ਚੱਲਦੇ ਸੀ, ਗਲਤ ਕਰੈਤਾਂ ਔਰ ਹੋਰ ਕਈ ਤਰ੍ਹਾਂ ਦੇ ਅਜਿਹੇ ਜਿਹੜੇ ਕਿ ਕੰਮ ਕਰਦੇ ਸੀ ਜਿਹੜੇ ਗੁਰੂ ਦਰਬਾਰ ਦੇ ਵਿੱਚ, ਗੁਰੂ ਪਰਿਵਾਰ ਦੇ ਵਿੱਚ ਪ੍ਰਵਾਨ ਨਹੀਂ। ਅੱਜ ਤੁਸੀਂ ਉਸੇ ਸੰਸਥਾ ਦੇ ਖਿਲਾਫ ਇੱਕ ਵੱਡਾ ਇਕੱਠ ਛੱਡਿਆ। ਇਹ ਇਕੱਠ ਸੱਦਣ ਦੀ ਲੋੜ ਕਿਉਂ ਪਈ ਉਸੇ ਸੰਸਥਾ ਖਿਲਾਫ ਜਿਹੜੀ ਸੰਸਥਾ ਬੜੇ ਮਾਣ ਦੇ ਨਾਲ ਸ਼ਹੀਦੀਆਂ ਦੇ ਕੇ ਜਿਹੜੀ ਉਹ ਸੰਸਥਾ ਸਿੱਖਾਂ ਨੇ ਹੋਂਦ 'ਚ ਲਿਆਂਦੀ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਜਮਾਤ ਹੈ, ਸਿਆਸੀ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਕਿਸੇ ਬਾਦਲ ਟੱਬਰ ਦੀ ਰਖੇਲ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦਾਂ ਦੀ ਜਮਾਤ ਹੈ, ਬਾਦਲਾਂ ਦੀ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀਆਂ ਦੀ ਦੇਣ ਹੈ, ਕਾਲੀ ਦਾਲ ਬਾਦਲਕਿਆਂ ਦੀ ਨਹੀਂ। ਇਸ ਲਈ 100 ਸਾਲ ਪਹਿਲਾਂ ਵੀ ਜਿਹੜੀ ਲੜਾਈ ਸੀ ਨਰੈਣੂ ਸੋਚ, ਨਰੈਣੂ ਕੋੜਮੇ ਦੇ ਖਿਲਾਫ ਸੀ, ਅੱਜ ਵੀ ਉਹ ਨਰੈਣੂ ਮਹੰਤਾਂ ਦੇ ਵਾਰਸਾਂ ਦੇ ਖਿਲਾਫ ਹੈ। ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਜਿਹੜੀ ਆ ਮੁੜ ਸ਼ੁਰੂ ਕੀਤੀ ਗਈ ਆ, ਉਹ ਕਦੇ ਸ਼ਹੀਦ ਭਾਈ ਲਛਮਣ ਸਿੰਘ ਹੋਣਾ ਨੇ ਸ਼ੁਰੂ ਕੀਤੀ ਹੈ। ਉਸੇ ਦੀ ਹੀ ਤਰਜਮਾਨੀ ਕਰਦੇ ਹਾਂ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੰਬੜੀਆਂ ਹੋਈਆਂ ਜੋਕਾਂ, ਸਿਆਸੀ ਲੋਕ, ਬਾਦਲਕਿਆਂ ਦਾ ਕਬਜ਼ਾ ਜਿਹਦੇ ਖਿਲਾਫ ਹਾਂ, ਜਿਨ੍ਹੇ ਹੁਣ ਤੱਕ ਮਾਣ ਮਰਜ਼ਾਦਾ ਜਾਂ ਸਿੱਖੀ ਸਿਧਾਂਤਾਂ ਨੂੰ ਢਾਹ ਲਾਈ, ਮਿੱਟੀ 'ਚ ਮਿਲੀਆਂ, ਔਰ ਜਿੱਥੇ ਸਰਮਾਇਆ ਖਾਧਾ ਗਿਆ, ਗੋਲਕਾਂ, ਜ਼ਮੀਨਾਂ ਆਦਿਕ ਹੋਰ ਬਹੁਤ ਕੁਛ ਹੈ, ਵਿਰਾਸਤਾਂ ਦੀ ਬਰਬਾਦੀ ਕਰਨੀ, ਇੱਥੋਂ ਤੱਕ ਗਰਕ ਜਾਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 328 ਸਰੂਪ ਚੋਰੀ ਵਿੱਚ ਦੇਣੇ। ਇਹ ਸ਼੍ਰੋਮਣੀ ਕਮੇਟੀ ਦਾ ਕੰਮ ਨਹੀਂ ਹੈ। ਸ਼੍ਰੋਮਣੀ ਕਮੇਟੀ ਤੇ ਕਾਬਜ ਬਾਦਲਕਿਆਂ ਦਾ ਕੰਮ ਹੈ, ਉਹਨਾਂ ਦੇ ਸੀਰੀ ਰੱਖੇ ਹੋਏ ਮੈਂਬਰਾਂ ਦਾ ਕੰਮ ਹੈ, ਜਿਨ੍ਹਾਂ ਨੂੰ ਸਿੱਖ ਸੰਗਤਾਂ ਨੇ ਵੋਟਾਂ ਪਾ ਕੇ ਗੁਰੂ ਘਰ ਦੀ ਮਾਣ ਮਰਜ਼ਾਦਾ, ਸੇਵਾ ਸੰਭਾਲ, ਪ੍ਰਚਾਰ ਪ੍ਰਸਾਰ ਲਈ ਚੁਣਿਆ। ਇਹ ਲੂਣ ਹਰਾਮੀ ਨੇ ਜਿਨ੍ਹਾਂ ਨੇ ਸਿੱਖ ਪੰਥ ਦਾ ਖਾ ਕੇ ਆਂਡੇ ਕਿਤੇ ਤੇ ਕੁੜ ਕਿਤੇ ਕੀਤਾ ਹੈ। ਇਸ ਲਈ ਸਾਡੀ ਜਿਹੜੀ ਲੜਾਈ ਅਸੀਂ ਜਿਹਦੇ ਖਿਲਾਫ ਹਾਂ, ਨਰੈਣੂ ਸੋਚ ਦੇ ਖਿਲਾਫ ਹਾਂ, ਜਿਹੜੀ ਅੱਜ ਬਾਦਲਕਿਆਂ ਦੇ ਥਰੂ ਇੱਥੇ ਵੜੀ ਹੋਈ ਹੈ। ਤਾਂ ਤੁਸੀਂ ਉਸ ਸੋਚ ਦੇ ਖਿਲਾਫ ਹੋ। ਬੀਤੇ ਦਿਨ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਜਿਹੜਾ ਕਿ ਇਹ ਮਸਲਾ ਜਿਹੜਾ ਚਰਚਾ 'ਚ ਹੈ, ਬਲਕਿ ਬਹੁਤ ਵੱਡਾ ਵਿਵਾਦ ਬਣ ਗਿਆ ਵੀ ਸਿੱਖਾਂ ਦੀ ਸਤਿਕਾਰ ਸਿੱਖ ਬਹੁਤ ਦਿੰਦੇ ਆ, ਕਾਰ ਸੇਵਾ ਸੰਸਥਾਵਾਂ ਨੂੰ ਗੁਰੂ ਕੀ ਸੰਗਤ ਆਪ ਹੱਥੀਂ ਬਜਰੀ ਕੁੱਟਦੀ ਹੈ, ਰੋੜੀਆਂ ਕੁੱਟਦੀ, ਕਿਉਂਕਿ ਗੁਰਧਾਮ ਬੜੀ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਕੀਤੀ ਹੈ। ਪਿੱਛੇ ਚਲੇ ਜੀ ਸਾਰੇ ਜਿਹੜੇ ਇਤਿਹਾਸਕ ਸਥਾਨ ਨੇ, ਉਹ ਕਾਰ ਸੇਵਾ ਇੱਕ ਸਤਿਕਾਰਯੋਗ ਸ਼ਬਦ ਆ, ਪਰ ਇਹਨਾਂ ਅਸਥਾਨਾਂ ਨੂੰ ਬਣਾਉਣਾ ਬੜਾ ਅਹਿਮ ਹੈ। ਤਾਂ ਜੇ ਖੁਦਾਈ ਦੌਰਾਨ ਪੁਰਾਤਨ ਇਮਾਰਤਾਂ ਨਿਕਲੀਆਂ ਨੇ, ਇੱਕ ਪਾਸੇ ਉਹ ਹੈ ਜੀ, ਤਾਂ ਬੀਬੀ ਜਗੀਰ ਕੌਰ ਜੀ ਕਹਿੰਦੇ ਵੀ ਸਕੂਟਰ ਸਟੈਂਡ ਬਣਾਉਣਾ ਹੈ, ਉੱਥੇ ਜਿਹੜੀ ਇੱਕ ਸਰਾਂ ਬਣਾਉਣੀ ਸੰਗਤਾਂ ਦੀ ਰਿਹਾਇਸ਼ ਵਾਸਤੇ, ਵਡਾਲਾ ਆ ਜਾਂ ਹੋਰ ਆ ਜਿਹਨੇ ਸਾਰੀ ਉਮਰ ਆਪਦੇ ਬੱਚੇ ਗੁਰੂ ਦੀ ਗੋਲਕ 'ਚੋਂ ਪਾਲੇ, ਕਹਿੰਦੇ ਆ ਕੇ ਮਾਹੌਲ ਖਰਾਬ ਕਰਦਾ, ਉਹ ਸ਼ਰਾਰਤੀ ਅਨਸਰ ਹੈ। ਤੁਹਾਨੂੰ ਇਸ ਤਰ੍ਹਾਂ ਕਿਉਂ ਕਹਿੰਦੇ? ਇਹ ਤਾਂ ਸ਼ਰਾਰਤੀ ਅਨਸਰ ਉਹ ਹੋ ਸਕਦਾ ਹੈ ਜਿਹੜਾ ਤਖਤ 'ਤੇ ਖਲੋ ਕੇ ਝੂਠ ਬੋਲਦਾ ਹੈ, ਹੁਕਮਨਾਮੇ ਜਾਰੀ ਕਰਕੇ ਵਾਪਸ ਲੈ ਕੇ ਤਖਤਾਂ ਦੀ ਮਾਣ ਮਰਜ਼ਾਦਾ ਰੋਲਦਾ ਹੈ। ਸ਼ਰਾਰਤੀ ਅਨਸਰ ਉਹ ਨੇ ਜਿਹੜੇ ਗੁਰੂ ਦੀਆਂ ਗੋਲਕਾਂ ਤੋਂ 95 ਲੱਖ ਰੁਪਈਏ ਝੂਠ ਬੋਲਣ 'ਤੇ ਲਾ ਦਿੰਦੇ ਨੇ। ਸ਼ਰਾਰਤੀ ਅਨਸਰ ਉਹ ਨੇ ਜਿਨ੍ਹਾਂ ਨੇ ਬਾਬੇ ਗੁਰਦਿੱਤੇ ਦੇ ਗੁਰਦੁਆਰੇ 'ਚ ਸ਼ਰਾਬ ਮੀਟ ਦਾ ਸੇਵਨ ਕਰਕੇ ਗੁਰੂ ਸਾਹਿਬ ਜੀ ਦੇ ਸਰੂਪ 'ਤੇ ਉਲਟੀਆਂ ਕਰਨ ਵਾਲਿਆਂ ਦੀ ਪਿੱਠ ਥਾਪੀ। ਗੁਰੂ ਸਾਹਿਬ ਜੀ ਦਾ ਸਰੂਪ ਕਿੱਥੇ ਅਜੇ ਤੱਕ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਸ਼ਰਾਰਤੀ ਲੋਕ ਨੇ। ਗੁਰੂ ਦੀਆਂ ਗੋਲਕਾਂ ਖਾਣ ਵਾਲੇ ਚੋਰ ਉਹ ਸ਼ਰਾਰਤੀ ਅਨਸਰ ਨੇ। ਅਸੀਂ ਸ਼ਰਾਰਤੀ ਨਹੀਂ, ਗੁਰੂ ਘਰ ਦੇ ਕੀਰਤਨੀਏ ਹਾਂ। ਗੁਰੂ ਸਾਹਿਬ ਜੀ ਨੇ ਭਲੋ ਰੇ ਕੀਰਤਨੀਆਂ ਕਿਹਾ ਹੈ, ਅਤੇ ਭਾਈ ਮਰਦਾਨੇ ਗੁਰੂ ਸਾਹਿਬ ਜੀ ਦੇ ਨਾਲ ਮਹਾਰਾਜ ਜੀ ਦੇ ਬਖਸ਼ਿਸ਼ ਦੇ ਪਾਤਰ ਬਣੇ। ਅਤੇ ਅੱਜ ਅਜੋਕੇ ਸਮੇਂ 'ਚ ਜੇ ਕਹਾਂ, ਪਹਿਲੀ ਗੱਲ, ਜੇ ਤੁਸੀਂ ਮੈਨੂੰ ਤਨਖਾਹ ਦਿੱਤੀ ਹੈ ਅਤੇ ਉਹਦੇ ਬਦਲੇ ਮੇਰੇ ਕੋਲ ਡਿਊਟੀ ਲਈ ਹੈ, ਇੱਕ ਮੁਲਾਜ਼ਮ ਸਾਂ। ਜੇ ਮੁਲਾਜ਼ਮਤ ਤੋਂ ਉੱਤੇ ਉੱਠੀਏ, ਗੁਰੂ ਘਰ ਦੇ ਵਿੱਚ ਜਿੰਨੇ ਕੀਰਤਨ ਕਰਨ ਵਾਲੇ ਨੇ, ਇਹਨਾਂ ਦਾ ਸਾਰਿਆਂ ਦਾ ਇਤਿਹਾਸ, ਇਹਨਾਂ ਦੇ ਖਾਤੇ ਖੁਲਾਓ। ਇਹਨਾਂ ਕੀਰਤਨ ਦੌਰਾਨ ਜਿੱਥੇ ਤਨਖਾਹਾਂ ਲਈਆਂ ਨੇ, ਕਿੰਨੇ ਲੱਖ ਰੁਪਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ 'ਚ ਜਮ੍ਹਾਂ ਕਰਾਇਆ ਹੈ, ਉਹ ਵੀ ਦੱਸ ਦੇਣ। ਅਤੇ ਜਿਹੜੇ ਸਾਡੇ ਤੋਂ ਦੁੱਗਣੀਆਂ ਤਿੱਗਣੀਆਂ ਤਨਖਾਹਾਂ ਲੈਣ ਵਾਲੇ ਸਕੱਤਰ, ਮੈਨੇਜਰ, ਹੋਰ ਇਹਨਾਂ ਦੇ ਜਥੇਦਾਰ ਅਤੇ ਝੋਲੀ ਚੁੱਕੇ ਲੋਕ ਜਿਹੜੇ ਗੋਲਕਾਂ ਦੇ ਬਿੱਲ ਪਾਸ ਕਰਕੇ ਖਾ ਗਏ ਆ, ਇਹ ਇਹਨਾਂ ਦੀ ਕੀ ਦੇਣ ਹੈ ਗੁਰੂ ਘਰ ਨੂੰ? ਜਿੱਦਣ ਇਹ ਆਏ ਸੀ ਇਹਨਾਂ ਦੇ ਭੰਗ ਭੁੱਜਦੀ ਸੀ, ਜਿੱਦਣ ਗਏ ਗੁਰਦੁਆਰੇ ਗਰੀਬ ਅਤੇ ਅਮੀਰ। ਪਰ ਗੁਰੂ ਘਰ ਦਾ ਜਿਹੜਾ ਕੀਰਤਨੀ ਆਇਓ, ਜੇ ਕੀਰਤਨ ਕਰਕੇ ਉਹਨੂੰ ਜੇ 5100 ਮਿਲਦਾ ਹੈ ਨਾ, ਉਹਦੇ ਵਿੱਚੋਂ ਗੁਰੂ ਰਾਮਦਾਸ ਜੀ ਦੇ ਘਰ 'ਚ ਵੀ ਜਮ੍ਹਾਂ ਕਰਾ ਕੇ ਆਉਂਦਾ। ਇਹਨਾਂ ਕੀ ਕਰਾਇਆ? ਫਿਰ ਜੇ ਸਾਡੇ ਬੱਚੇ ਪਲੇ ਆ ਕੀਰਤਨ ਕਰਕੇ, ਅੱਜ ਵੀ
ਮੇਰੇ ਨਾਲ ਸੇਵਾਦਾਰ ਹੈ, ਸਿੱਖ ਸਦਭਾਵਨਾ ਦਲ ਚੱਲ ਰਿਹਾ ਹੈ। ਇਹ ਕੀਰਤਨ ਦੇ ਸਿਰ ਤੇ ਚੱਲ ਰਿਹਾ, ਜਿਹੜਾ 1 ਰੁਪਈਆ ਦਿੱਤਾ ਸੰਗਤ ਨੇ। ਤੇ ਜੇ ਅਸੀਂ ਗੁਰੂ ਘਰ ਦਾ ਖਾ ਕੇ ਹਰਾਮ ਨਹੀਂ ਕਰ ਰਹੇ ਤੇ ਤੁਸੀਂ ਹਰਾਮ ਕਰਨਾ ਬੰਦ ਕਰ ਦਿਓ। ਇਸ ਲਈ ਅਸੀਂ ਗੁਰੂ ਘਰ ਦੇ ਜੇ ਕੀਰਤਨ ਕਰਦੇ ਹਾਂ, ਸੰਗਤ ਪਿਆਰ ਦਿੰਦੀ ਹੈ, ਅਸੀਂ ਕੀਰਤਨ ਨੂੰ ਕੀਰਤ ਬਣਾਇਆ ਹੈ, ਧੰਦੇ ਨੂੰ ਧਰਮ ਬਣਾਇਆ ਆ। ਇਹਨਾਂ ਦੀ ਤਰ੍ਹਾਂ ਧਰਮ ਨੂੰ ਧੰਦਾ ਨਹੀਂ ਬਣਾਇਆ। ਇਸ ਲਈ ਗੁਰੂ ਘਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜਿਹੜੀਆਂ ਦਾਤਾਂ ਦਿੱਤੀਆਂ ਨੇ, ਮੈਂ ਅੱਜ ਵੀ ਕਹਿੰਦਾ, ਸਾਡੇ ਥੱਲੇ ਗੱਡੀਆਂ ਨੇ, ਘਰ ਬਣੇ ਹੋਏ ਆ। ਸੰਗਤ ਜੀ, ਇਹ ਤੁਹਾਡੇ ਦਿੱਤੇ ਹੋਏ ਆ। ਅਸੀਂ ਕਿਹੜੀ ਗੱਲ ਤੇ ਮਾਣ ਕਰੀਏ, ਕਾਹਦਾ ਹੰਕਾਰ ਕਰੀਏ? ਪਰ ਇਹ ਤਾਂ ਹੰਕਾਰੀ ਬਣ ਕੇ ਕਹਿੰਦੇ ਨੇ ਸਾਡੀਆਂ ਗੱਡੀਆਂ ਤੇ ਸਾਡਾ ਕੁਛ। ਮੈਂ ਤਾਂ ਇਸ ਤਰ੍ਹਾਂ ਦਾ ਕੁਛ ਨਹੀਂ ਕਹਿੰਦਾ ਵੀ ਮੇਰਾ। ਗੁਰੂ ਕੀ ਸੰਗਤ ਦੀ ਦੇਣ ਹੈ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੁਝਸੇ ਗਰੀਬ ਕਰੋੜ ਪਰੇ। 1 ਰੁਪਈਏ ਤੇ ਸੰਗਤ ਦੇ ਦਿੱਤੇ ਤੇ ਜੇ ਪਰਿਵਾਰ ਪਲਦਾ ਹੈ ਤੇ ਗੁਰੂ ਕਿਰਪਾ ਕਰੇ, ਸਤਿਗੁਰੂ ਇੱਕ ਸਵਾਸ ਵੀ ਸਿੱਖੀ ਨੂੰ ਸਮਰਪਿਤ ਕਰ ਦੇ। ਤਾਂ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ, ਅਸਲ 'ਚ ਮਾਮਲਾ ਕੀ ਜੀ, ਸਭ ਤੋਂ ਪਹਿਲਾਂ ਜਦੋਂ ਖੁਦਾਈ ਦਾ ਉਹ ਇਮਾਰਤ ਦਾ ਇੱਕ ਹਿੱਸਾ ਨਿਕਲਿਆ, KTV ਨੇ ਵੀ ਉਹਨੂੰ ਆਪਣੇ ਚੈਨਲ ਦੇ ਉੱਤੇ ਪੋਸਟ ਕੀਤਾ। ਮੈਨੇਜਰ ਗੁਰਿੰਦਰ ਸਿੰਘ, ਇਹਨਾਂ ਦਾ ਜਿਹੜਾ ਟਵਿੱਟਰ ਅਕਾਊਂਟ ਚਲਾ ਰਹੇ ਹੈਗੇ ਸੱਜਣ, ਉਹਨਾਂ ਨੇ ਬੜਾ ਇਹ ਗੱਲ ਜ਼ੋਰ ਵਜਾ ਕੇ ਕਹੀ ਵੀ ਉਹ ਇਮਾਰਤ ਜਿਹੜੀ ਹੈ 1988 ਸਮੇਂ ਗਲਿਆਰਾ ਜਿਹੜੀ ਸਕੀਮ ਆਈ, ਉਹ ਕੁਝ ਦੁਕਾਨਾਂ ਦਾ ਹਿੱਸਾ ਹੈ, ਕੁਝ ਮਕਾਨਾਂ ਦਾ ਹਿੱਸਾ। ਉਸ ਤੋਂ ਬਾਅਦ 2 ਦਿਨ ਬਾਅਦ ਬੀਬੀ ਜਗੀਰ ਕੌਰ ਕਹਿੰਦੇ ਵੀ ਜੇ ਇਤਿਹਾਸ ਕੋਈ ਅਸੀਂ ਸਾਂਭਾਂਗੇ। ਫਿਰ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਜਿਹੜੀ ਹੈ SI ਜਿਹੜੀ ਟੀਮ ਹੈਗੀ ਆ ਆਰਕੀਟੈਕਟ, ਉਹਨਾਂ ਨੂੰ ਸੱਦਿਆ ਹੈਗਾ, ਜਿਹੜੀ ਪੁਰਾਤੱਤਵ ਵਿਭਾਗ ਦੀ ਆ। ਉਹਨਾਂ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਗੁਰਿੰਦਰ ਸਿੰਘ ਨੇ KTV ਦੇ ਉੱਤੇ ਇਹ ਗੱਲ ਕਹੀ ਵੀ ਇਮਾਰਤ ਇਤਿਹਾਸਕ ਹੈ, ਇਹਨੂੰ ਸਾਂਭਣਾ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ, ਅਸੀਂ ਇਹਨੂੰ ਸਾਂਭੇ। ਔਰ ਉਸ ਤੋਂ ਬਾਅਦ ਬੀਤੇ ਦਿਨ ਇੱਕ ਅਖਬਾਰ ਹੈ, ਬੜਾ ਪੰਥਕ ਅਖਬਾਰ ਆ, ਉਹਦੇ 'ਚ ਖਬਰ ਛਪ ਜਾਂਦੀ ਹੈ ਜੀ, ਪੁਰਾਤੱਤਵ ਟੀਮ ਨੇ ਕਿਹਾ ਵੀ ਇਹ ਇਮਾਰਤ ਇਤਿਹਾਸਕ ਨਹੀਂ ਹੈਗੀ। ਇੰਨੇ ਬਿਆਨ ਬਦਲਣ ਵਾਲਾ ਬੰਦਾ, ਜਿਹੜੇ ਬੰਦੇ ਨੂੰ ਅਗਵਾਈ ਮਿਲ ਜਾਏ ਵਡਾਲਾ ਸਾਹਿਬ, ਬੰਦੇ ਨੂੰ ਕੋਈ 4-10 ਬੰਦੇ ਉਹਨੂੰ ਸਿਲੈਕਟ ਕਰ ਲੈਣ, ਉਹਨੂੰ ਇਲੈਕਟ ਕਰ ਲੈਣ, ਉਹ ਇੱਕ ਸਟੇਟਮੈਂਟ ਦੇਣ ਤੋਂ ਬੰਦਾ 10 ਵਾਰੀ ਸੋਚਦਾ, ਪਹਿਲਾਂ ਤੋਲਦਾ ਫਿਰ ਬੋਲਦਾ। ਔਰ ਗੁਰੂ ਦਾ ਸਿੱਖ ਤਾਂ ਖਾਸ ਕਰਕੇ ਇਹ ਇੰਨੀਆਂ ਸਟੇਟਮੈਂਟਾਂ ਦਿੰਦੇ ਆ, ਪਿੱਛੇ ਹਟਦੇ। ਇਹਦੇ ਪਿੱਛੇ ਕਾਰਨ ਕੀ ਹੈ? ਕਿ ਇਹ ਅਣਜਾਣ ਨੇ ਜਾਂ ਗਲਤੀ ਤੇ ਗਲਤੀ ਕਰ ਰਹੇ ਨੇ? ਕੀ ਕਾਰਨ ਹੈ? ਇਹਦਾ ਕਾਰਨ ਇਹ ਹੈ, ਜਿਸ ਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ। ਜਦੋਂ ਧਰਮ ਨੂੰ ਧੰਦਾ ਬਣਾ ਕੇ ਇਹੋ ਜਿਹੇ ਬੰਦੇ ਵੇਚਣ ਲੱਗਦੇ ਆ ਨਾ, ਫਿਰ ਰੱਬ ਨਾ ਡਾਂਗੀ ਮਾਰਦਾ, ਪੁੱਠੀ ਦਿੰਦਾ ਮਤ। ਫਿਰ ਉਹ ਪਰਮੇਸ਼ਰ ਵੀ ਜੀ ਅਜਿਹਾ ਧੱਕਦਾ ਹੈ ਕਿ ਉਹ ਆਪਣੇ ਗੁਨਾਹਾਂ ਦੀ ਪੰਡ ਥੱਲੇ ਆਪ ਹੀ ਆ ਜਾਂਦੇ ਆ। ਹੁਣ ਇਹਦਾ ਜਵਾਬ ਤੁਸੀਂ ਆਪ ਹੀ ਦੇ ਦਿੱਤਾ ਕਿ ਇਹਨਾਂ ਕਿੰਨੀ ਵਾਰੀ ਝੂਠ ਬੋਲਿਆ ਤੇ ਕਿੰਨੀ ਵਾਰੀ ਝੂਠ ਤੇ ਝੂਠ ਬੋਲਿਆ। ਤੇ ਜਿਨ੍ਹਾਂ ਦਾ ਪ੍ਰਧਾਨ ਹੀ ਸਿਰੇ ਦਾ ਗੱਪੀ ਕਹਿੰਦੇ ਹੋਣ ਜਿਹਨੂੰ, ਤੇ ਗੁਰੂ ਜਿਨ੍ਹਾਂ ਦੇ ਟੱਪਣੇ, ਤੇ ਫਿਰ ਚੇਲੇ ਵੀ ਉਹੋ ਜਿਹੇ ਹੋਇਆ ਕਰਦੇ ਆ। ਤੇ ਮੈਂ ਇੰਨੀ ਗੱਲ ਹੀ ਕਵਾਂਗਾ, ਸਿੱਖ ਬਚਨ ਦਾ ਬਲੀ ਹੁੰਦਾ ਹੈ, ਸਿੱਖ ਝੂਠ ਨਹੀਂ ਬੋਲਦਾ, ਤੇ ਝੂਠ ਬੋਲਣ ਵਾਲੇ ਸਿੱਖ ਨਹੀਂ ਹੁੰਦੇ। ਤਾਂ ਵਡਾਲਾ ਸਾਹਿਬ, ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ। ਅੱਗੇ ਜਾਣ ਤੋਂ ਪਹਿਲਾਂ ਮੈਂ ਇਹ ਪੁੱਛਾਂਗੇ, ਜਿਹੜਾ ਅੱਜ ਪੰਥਕ ਇਕੱਠ ਸੱਦਿਆ ਗਿਆ, ਇਹਦੀ ਅਗਲੀ ਰਣਨੀਤੀ ਕੀ ਹੈ? ਮਤੇ ਪੜ੍ਹੇ ਗਏ, ਇੱਕ ਵੱਡਾ ਚੈਲੰਜ ਜਿਹੜਾ ਪਹਿਲੀ ਵਾਰ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਸੰਗਤਾਂ ਨੇ ਇਸ ਤਰ੍ਹਾਂ ਇਸੇ ਵਿਰਾਸਤੀ ਮਾਰਗ ਤੇ ਦਿੱਤਾ ਵੀ ਕੁਝ ਦਿਨਾਂ ਬਾਅਦ 3 ਕਿ 4 ਦਿਨ ਦਾ ਤੁਸੀਂ ਸਮਾਂ ਦਿੱਤਾ, ਉਹ ਮਤੇ ਸਾਨੂੰ ਜ਼ਰੂਰ ਇੱਥੇ ਦੁਹਰਾ ਦਿਓ। ਔਰ ਵੱਡਾ ਜਿਹੜਾ ਚੈਲੰਜ ਆ, ਇੱਕ ਵੱਡੀ ਚੁਣੌਤੀ ਦਿੱਤੀ ਸ਼੍ਰੋਮਣੀ ਕਮੇਟੀ ਨੂੰ, ਕਾਰ ਸੇਵਕਾਂ ਨੂੰ, ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੂੰ, ਉਹ ਕੀ ਹੈ? ਉਹ ਜਿਹੜੇ ਮਤੇ ਪੜ੍ਹੇ ਗਏ ਆ, ਉਹਦੇ ਵਿੱਚ ਅਸੀਂ ਕਾਰ ਸੇਵਾ ਨੂੰ ਚੇਤਾਵਨੀ ਨਹੀਂ ਦੇ ਰਹੇ। ਕਾਰ ਸੇਵਾ ਵਾਲੇ ਕਿਸੇ ਬਾਬੇ ਨੂੰ ਕੁਛ ਨਹੀਂ ਕਹਿ ਰਹੇ। ਕਾਰ ਸੇਵਾ ਦੇ ਨਾਮ ਹੇਠ ਸਰਕਾਰ ਸੇਵਾ ਤੇ ਮਾਰ ਸੇਵਾ, ਕਾਰ ਸੇਵਾ ਦੀ ਉਹ ਕੁੜਤੀ ਦੇ ਹੇਠ ਵੜੇ ਹੋਏ ਠੇਕੇਦਾਰ, ਜਿਹੜੇ ਕੌਮ ਦਾ ਸਰਮਾਇਆ ਬੇੜਾ ਗਰਕ ਕਰ ਰਹੇ ਨੇ, ਪੁਰਾਤਨ ਵਿਰਾਸਤਾਂ ਨੂੰ ਖਤਮ ਕਰਕੇ ਉਹਦਾ ਨਵੀਨੀਕਰਨ ਕਰਕੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਸਾਡੇ ਇਤਿਹਾਸ ਤੋਂ ਤੋੜਨ ਵਾਸਤੇ ਕੋਝਾ ਯਤਨ ਕਰ ਰਹੇ ਆ। ਅਸੀਂ ਉਹਨਾਂ ਲੋਕਾਂ ਦੇ ਖਿਲਾਫ ਮਤਾ ਪਾਇਆ ਹੈ, ਚਾਹੇ ਉਹ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਾ ਹੋਵੇ ਤੇ ਚਾਹੇ ਉਹ ਬਾਬਾ ਜਗਤਾਰ ਸਿੰਘ ਤਰਨਤਾਰਨ ਸਾਹਿਬ ਵਾਲਾ ਹੋਵੇ। ਉਹਨੇ ਦਰਸ਼ਨੀ ਡਿਉੜੀ ਤੋੜ ਕੇ ਗੁਨਾਹ ਕੀਤਾ, ਇਤਿਹਾਸਕ ਹੈ ਸਾਡੀ। ਇਹਨਾਂ ਨੇ 84 ਦੇ ਨਿਸ਼ਾਨ ਤੇ ਹੋਰ ਬੇਅੰਤ ਸਾਡੀਆਂ ਪੁਰਾਤਨ ਇਮਾਰਤਾਂ ਢਾਹ ਕੇ ਨੁਕਸਾਨ ਕੀਤਾ ਹੈ। ਇਸ ਲਈ ਸਿੱਖ ਪੰਥ ਨੂੰ ਅੱਜ ਜਿੰਨਾ ਇਕੱਠ ਸੀ, ਓਨਿਆਂ ਨੇ ਅੱਜ ਕਬੂਲ ਕੀਤਾ ਹੈ। ਇਹਨਾਂ ਦੀਆਂ ਟੋਕਰੀਆਂ ਦਾ, ਇਹਨਾਂ ਦੀਆਂ ਗਰਾਈਆਂ ਦਾ,
ਵਿਰੋਧ ਕਰਾਂਗੇ। ਇਹਨਾਂ ਦੇ ਐਗਰੀਮੈਂਟ ਜਿਹੜੇ ਕਮਰਿਆਂ 'ਚ ਵੜ ਹੁੰਦੇ ਆ ਕਰੋੜਾਂ ਦੇ, ਉਹ ਸਾਰੇ ਆਉਣ ਵਾਲੇ ਸਮੇਂ 'ਚ ਨੰਗੇ ਹੋਣ। ਇਸ ਲਈ ਉਹਨਾਂ ਲੋਕਾਂ ਦਾ ਬਾਈਕਾਟ ਕੀਤਾ ਤੇ ਸੰਗਤ ਨੂੰ ਆਖਿਆ ਵੀ ਤੁਸੀਂ ਵੀ ਕਰੋ, ਜਿਹਦੇ ਵਿੱਚ ਅੱਜ ਦੇ ਪੰਥਕ ਇਕੱਠ ਨੇ ਕਸ਼ਮੀਰ ਸਿੰਘ ਭੂਰੀਵਾਲਾ ਤੇ ਜਗਤਾਰ ਸਿੰਘ ਬਾਬੇ ਦਾ ਬਾਈਕਾਟ ਕੀਤਾ। ਗੁਰੂ ਸਾਹਿਬ ਦੀ ਹਜ਼ੂਰੀ 'ਚ ਜਕਾਰੇ ਛੱਡ ਕੇ ਉਹਦੀ ਪ੍ਰਵਾਨਗੀ ਦਿੱਤੀ ਗਈ। ਤੇ ਦੂਸਰਾ ਸੀਗਾ ਕਿ 15 ਤਰੀਕ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਸਨ ਭਲਵਾਨੀ ਗੇੜਾ ਤਾਂ ਦੇ ਰਿਹਾ ਪਰ ਕਾਰਵਾਈ ਨਹੀਂ ਕਰ ਰਿਹਾ। ਇਹ ਵੀ ਕਹਿ ਰਿਹਾ ਕਿ ਕੰਮ ਗੈਰ ਕਾਨੂੰਨੀ ਹੈ, ਇਹ ਵੀ ਕਹਿ ਰਿਹਾ ਜਗ੍ਹਾ ਇਹਨਾਂ ਦੀ ਨਹੀਂ ਹੈ, ਇਹ ਵੀ ਕਹਿ ਰਿਹਾ ਬਿਨਾਂ ਪ੍ਰਵਾਨਗੀ ਤੋਂ ਹੋ ਰਿਹਾ। ਉਹਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਬੈਠਾ ਹੋਇਆ ਔਰ ਉਹ ਲੋਕ ਜਿਹੜੀ ਸਾਡੀ ਬਚੀ ਸੀ ਉਹਨੂੰ ਥੱਲੇ ਦੱਬ ਦਿੱਤਾ, ਜਿਹੜੀ ਨਿਕਲੀ ਇਮਾਰਤ ਹੋਰ ਸੀ ਉਹਨੂੰ ਹੂੰਜ ਕੇ ਸੁੱਟ ਦਿੱਤਾ। ਵਿਰਾਸਤੀ ਵਿਭਾਗ ਨੇ ਵੀ ਕਹਿ ਦਿੱਤਾ ਉਨੀ ਮਿੱਟੀ ਨਹੀਂ ਜਿੰਨਾ ਚੂਨਾ ਤੇ ਨਾਨਕ ਸ਼ਾਹੀ ਇੱਟ ਹੈ, ਲਖੌਰੀ ਇੱਟ ਹੈ। ਇਹਦਾ ਮਤਲਬ ਕਿ ਉੱਥੇ ਇਮਾਰਤਾਂ ਸੀਗੀਆਂ, ਸਾਡੇ ਸ਼ਸਤਰ ਵੀ ਹੋਣਗੇ, ਹੋਰ ਕਈ ਕੁਝ ਨਿਕਲਿਆ ਹੋਊਗਾ। ਜਿੱਥੇ ਜਿਹਦੇ ਤੇ ਇਹਨਾਂ ਦੀ ਅੱਖ ਸੀ ਤੇ ਜਿਹਦੇ ਕਰਕੇ ਉਹਦੀ ਤੱਕ ਪੁੱਟਿਆ ਗਿਆ, ਇਹਦੇ ਪਿੱਛੇ ਬਹੁਤ ਕੁਛ ਹੈ ਜਿਹੜਾ ਆਉਣ ਵਾਲੇ ਸਮੇਂ 'ਚ ਨੰਗਾ ਹੋਣਾ ਹੈ। ਔਰ ਉਹ ਕੰਮ ਵਿਸ਼ਵਾਸ ਪਾਤਰ ਭੂਰੀਵਾਲੇ ਤੋਂ ਕਰਵਾਇਆ ਗਿਆ। ਇਸ ਲਈ ਇਹ ਵਿਦ ਪਲੈਂਡ ਹੋਇਆ, ਕਿਉਂਕਿ ਇਹਦੀ ਗੱਲ ਪਿਛਲੇ ਦਿਨੀ ਮੈਨੇਜਰ ਦੇ ਮੂੰਹ ਤੋਂ ਸੱਚ ਨਿਕਲ ਜਾਣਾ ਵੀ 84 ਦੇ ਵਿੱਚ ਇੱਥੇ ਕੁਝ ਲੋਕ ਵੜ ਗਏ ਸਨ, 88 'ਚ ਇਹਨਾਂ ਨੂੰ ਬੰਦ ਕੀਤਾ ਗਿਆ। ਅੱਜ ਉਹ ਫਿਰ ਉਹ ਕੰਮ ਚੱਲ ਰਿਹਾ ਤੇ ਨਿਕਲੀਆਂ, ਪਰ ਇਹ ਵਿਰਾਸਤ ਨਹੀਂ। ਉਦੋਂ ਇਹ ਕਹਿ ਗਏ, ਬਾਅਦ ਵਿੱਚ ਇਹਨਾਂ ਨੇ ਵਿਰਾਸਤ ਕਹਿਣਾ ਸ਼ੁਰੂ ਕਰ ਦਿੱਤਾ। ਇਸ ਲਈ ਇਹਨਾਂ ਦਾ ਪਲੈਂਡ ਕੁਝ ਹੋਰ ਹੈ ਔਰ ਵਿਦ ਪਲੈਂਡ ਕੰਮ ਚੱਲ ਰਿਹਾ ਹੈ। ਪ੍ਰਸ਼ਾਸਨ ਗੈਰ ਕਾਨੂੰਨੀ ਕੰਮ ਨੂੰ ਰੋਕ ਨਹੀਂ ਰਿਹਾ। ਅਸੀਂ 15 ਦਿਨਾਂ ਤੋਂ ਚਿੱਠੀਆਂ ਵੀ ਦੇ ਚੁੱਕੇ ਹਾਂ, RTI ਪਾ ਚੁੱਕੇ ਹਾਂ ਔਰ ਵਿਰਾਸਤੀ ਵਿਭਾਗ ਤੋਂ ਚੰਡੀਗੜ੍ਹ ਤੋਂ ਚਿੱਠੀਆਂ ਪਾ ਚੁੱਕੇ ਹਾਂ। ਹੁਣ ਸਾਡੇ ਕੋਲ ਅਖੀਰੀ ਹੱਲ ਰਹਿ ਗਿਆ ਸੀਗਾ ਵੀ ਜਦੋਂ ਸਰਕਾਰਾਂ ਚੋਰਾਂ ਨਾਲ ਕੁੱਤੀ ਰਲ ਗਈ, ਨਾ ਕੁੱਤੀ ਭੌਂਕੇ ਤੇ ਨਾ ਚੋਰ ਭੱਜੇ, ਤੇ ਫਿਰ ਉਹਦਾ ਹੱਲ ਰਹਿ ਗਿਆ ਕਿ ਅਤ ਹੀਰਨ ਮੈਂ ਤਬ ਜੂਝ ਮਰੂ। ਉਹ ਅੱਜ ਸੰਗਤ ਨੇ ਪੰਥ ਦੇ ਇਕੱਠ ਵਿੱਚ ਮਤਾ ਪਾਇਆ। 4 ਅਗਸਤ ਬੁੱਧਵਾਰ 2 ਦਿਨ ਦਿੱਤੇ ਨੇ। ਅਗਰ ਪੁਲਿਸ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਚੱਲ ਰਹੇ ਕੰਮ ਦੇ ਵਿੱਚ ਵਿਰਾਸਤ ਢਾਹ ਕੇ ਕੀਤੀ ਜਾ ਰਹੀ ਉਸਾਰੀ ਤੇ ਨਜਾਇਜ਼ ਕੀਤੇ ਹੋਏ ਕਬਜ਼ੇ ਨੂੰ ਨਾ ਰੋਕਿਆ, ਤੇ ਫਿਰ ਸਿੱਖ ਸਦਭਾਵਨਾ ਦਲ ਹੋਰ ਸਿੱਖ ਸਿੰਘਾਂ ਦੇ ਨਾਲ ਜਾ ਕੇ ਰੋਕੇਗਾ। ਉਹਦੇ ਵਿੱਚ ਅਗਰ ਕੋਈ ਨੁਕਸਾਨ ਹੋਇਆ ਉਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ, ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ, ਕਿਉਂਕਿ ਇੱਕ 1984 ਦਾ ਦਾਗ ਪਹਿਲਾਂ ਲੱਗਾ ਹੈ ਕਾਂਗਰਸ ਤੇ, ਆ ਹੁਣ ਦੂਜਾ ਉਹਨਾਂ ਨੇ ਫੇਰ ਲਵਾਉਣਾ 4 ਤਰੀਕ ਨੂੰ ਅਗਰ ਕਾਰਵਾਈ ਨਹੀਂ ਕਰਦੇ। ਔਰ ਹੁਣ ਸਾਡੇ ਹੱਥ ਬਿਲਕੁਲ ਖੜੇ ਆ ਕਿ ਹੁਣ ਤਾਂ ਸਾਨੂੰ ਕੋਈ ਆਸ ਨਹੀਂ ਰਹਿ ਗਈ। ਇਸ ਲਈ ਅਸੀਂ 4 ਅਗਸਤ ਨੂੰ ਉੱਥੇ ਜਾ ਕੇ ਰੋਕਣ ਦਾ ਜਿਹੜਾ ਆ ਉਹ ਅੱਜ ਇਹ ਪੰਥਕ ਇਕੱਠ ਵਿੱਚ ਸਿੱਖਾਂ ਕੋਲੋਂ ਪ੍ਰਵਾਨਗੀ ਲਈ ਹੈ ਤੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਾਂਗੇ। ਜੇ ਪ੍ਰਸ਼ਾਸਨ ਨੇ ਠਾਣ ਲਿਆ ਜਾਂ ਇਹਨਾਂ ਨੇ ਠਾਣ ਲਿਆ ਵੀ ਗੁੰਡੇ ਬਦਮਾਸ਼ ਇਕੱਠੇ ਕਰੋ, ਕਿਰਪਾਨਾਂ ਡਾਂਗਾ ਲਿਆਓ, ਆਉਂਦੇ ਨੇ ਮਾਰ ਦਿਓ, ਤੇ ਕੋਈ ਗੱਲ ਨਹੀਂ। ਜੇ ਇਹਨਾਂ ਨੇ ਮਾਰਨ ਦੀ ਤਿਆਰੀ ਕੀਤੀ ਹੈ ਅਸੀਂ ਫਿਰ ਮਰਨ ਦੀ ਤਿਆਰੀ ਕਰਾਂਗੇ ਕਿ ਉਦੋਂ ਸ਼ਾਇਦ ਸਾਡਾ ਸ਼ਹੀਦੀ ਦਿਹਾੜਾ ਹੋਊ। ਪਰ ਸੰਗਤਾਂ ਨੂੰ ਅਪੀਲ ਕਰਦੇ ਹਾਂ ਇਹਨਾਂ ਲੋਕਾਂ ਦਾ ਬਾਈਕਾਟ ਕਰਿਓ। ਇਹ ਤੁਹਾਡੇ ਜਨਮ ਦਿਨ ਤੇ ਆਉਣਗੇ, ਮਰਨ ਦਿਨ ਤੇ ਆਉਣਗੇ, ਨਾ ਆਤਮਿਕ ਸ਼ਾਂਤੀ ਮਿਲਣੀ ਹੈ ਨਾ ਖੁਸ਼ੀ ਮਿਲਣੀ ਹੈ। ਵਿਆਹਾਂ ਤੇ ਬੋਲਣਗੇ ਤੁਹਾਡੇ ਤੋੜ ਨਹੀਂ ਜੇ ਨਿਭਣੇ, ਕਿਉਂਕਿ ਜਿਹੜੇ ਗੁਰੂ ਦੇ ਨਹੀਂ ਬਣੇ ਤੁਹਾਡੇ ਕੁਛ ਨਹੀਂ ਲੱਗਦੇ। ਇਸ ਲਈ ਉਹ ਰੋਕਣ ਵਾਸਤੇ ਗੁਰੂ ਰਾਮਦਾਸ ਸਰਾਂ ਜਿਹਨੂੰ ਇਹ ਵਾਰ-ਵਾਰ ਕਲਾਵੇ ਲੈ ਕੇ ਪੈ ਰਹੇ ਨੇ ਵੀ ਇਹਨੂੰ ਫੜ ਲਓ, ਢਾਹ ਦਿਓ, ਉਹ ਕਿਸੇ ਵੀ ਕੀਮਤ ਤੇ ਅਸੀਂ ਢਹਿਣ ਨਹੀਂ ਦੇਣੀ। ਤਾਂ ਅੱਜ ਦੇ ਪੰਥਕ ਇਕੱਠ ਦੇ ਵਿੱਚ ਜਿਹੜੇ ਵੱਡੇ ਮਤੇ ਪੜ੍ਹੇ ਗਏ ਨੇ, ਬਲਕਿ ਇਹ ਇਕੱਲੇ ਮਤੇ ਨਹੀਂ ਹੈਗੇ, ਇੱਕ ਅਗਲੀ ਭਵਿੱਖਤ ਰਣਨੀਤੀ ਹੈ। ਸਭ ਤੋਂ ਵੱਡਾ ਅਹਿਮ ਹੈ ਜਿਹੜਾ 4 ਅਗਸਤ ਕੇਵਲ 3 ਦਿਨ ਦਾ ਸਮਾਂ ਵਿੱਚ ਹੈ। ਅੱਜ 1 ਤਰੀਕ ਦਾ ਜਿਹੜਾ ਕਿ ਸ਼ਾਮ ਨੂੰ ਪ੍ਰੋਗਰਾਮ ਇਹ ਐਲਾਨਿਆ ਗਿਆ।
ਸ਼੍ਰੋਮਣੀ ਕਮੇਟੀ ਦੇ ਵਾਸਤੇ ਬੜੀ ਵੱਡੀ ਇੱਕ ਚੁਣੌਤੀ ਹੈਗੀ ਹੈ, ਕਿਉਂਕਿ ਉਸ ਤੋਂ ਪਹਿਲਾਂ ਕੰਮ ਜਿਹੜਾ ਬੜੀ ਤੇਜ਼ੀ ਦੇ ਨਾਲ ਦਿਨ ਪਰ ਰਾਤ ਬੜੀ ਤੇਜ਼ੀ ਦੇ ਨਾਲ ਜਿਹੜਾ ਉਹ ਕੰਮ ਉਸ ਬਿਲਡਿੰਗ ਦਾ ਚੱਲ ਰਿਹਾ ਹੈ। ਬੇਸ਼ੱਕ ਪੁਰਾਤਨ ਇਮਾਰਤ ਨੂੰ ਹਜੇ ਤੱਕ ਨਹੀਂ ਤੋੜਿਆ ਗਿਆ। ਸ਼੍ਰੋਮਣੀ ਕਮੇਟੀ ਇਹ ਸਪਸ਼ਟ ਕਰ ਚੁੱਕੀ ਹੈ ਕਿ ਅਸੀਂ ਉਹਨੂੰ ਨਹੀਂ ਢਾਵਾਂਗੇ, ਨਹੀਂ ਤੋੜਾਂਗੇ, ਪਰ ਨਾਲ ਇਹ ਬਿਆਨਬਾਜ਼ੀ ਬਦਲ ਜ਼ਰੂਰ ਰਹੀ ਹੈ। ਕਦੇ ਉਹ ਵਿਰਾਸਤੀ ਇਮਾਰਤ ਕਹਿ ਦਿੰਦੇ ਆ, ਕਦੇ ਉਹਨੂੰ ਇਤਿਹਾਸਿਕ ਕਹਿ ਦਿੰਦੇ, ਕਦੇ ਕਿਸੇ ਦੀ ਦੁਕਾਨ ਕਹਿ ਦਿੰਦੇ ਆ। ਤਾਂ ਆਖਰ ਏਡੇ ਵੱਡੇ ਅਹੁਦੇ ਤੇ ਬਹਿ ਕੇ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਜਿਹੜੀਆਂ ਵਾਰ-ਵਾਰ ਬਦਲਣੀਆਂ, ਇਹਦੇ ਕੀ ਮਾਇਨੇ ਆ? ਤਾਂ ਵਡਾਲਾ ਸਾਹਿਬ ਇੱਕ ਜ਼ਰੂਰ ਪੁੱਛਣੀ ਚਾਹੁੰਦੇ ਆ, ਕਾਰ ਸੇਵਾ ਸੰਸਥਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਬਹੁਤ ਸਾਰੀਆਂ ਬਿਲਡਿੰਗਾਂ ਦੀ ਸੇਵਾ ਹੁੰਦੀ ਹੈ, ਇਹ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ, ਦਿਨ ਵੀ ਚੱਲਦਾ, ਰਾਤ ਨੂੰ ਵੀ ਚੱਲਦਾ। ਉਹ ਕਈ ਵਾਰੀ ਪਿਛਲੀ ਚੀਜ਼ ਸੁੱਕੀ ਨਹੀਂ ਹੁੰਦੀ, ਉੱਤੇ ਫਿਰ ਪਿੱਲਰ ਖੜੇ ਕੀਤੇ ਜਾ ਰਹੇ ਆ। ਤੇਜ਼ੀ ਪਿੱਛੇ ਕੀ ਕਾਰਨ ਹੈ? ਇਹ ਕਾਰਨ ਆ ਵੀ ਸੰਗਤਾਂ ਨੂੰ ਸਰਾਂ ਦੀ ਬੜੀ ਲੋੜ ਆ, ਪਾਰਕਿੰਗ ਦੀ ਬੜੀ ਲੋੜ ਆ, ਜਾਂ ਕੁਝ ਹੋਰ ਕਾਰਨ ਹੈ? ਇਹ ਨਹੀਂ ਲੋੜ ਇਹ ਹੈ, ਇਹ ਕਰ ਰਹੇ ਨੇ ਕਿ ਚੋਰ ਨੂੰ ਚੋਰੀ ਦਾ ਜਿਹੜਾ ਉਹ ਖਤਰਾ ਬਣਿਆ ਨਾ, ਉਹ ਹੈ ਮੂਲ ਰੂਪ ਵਿੱਚ ਕਿ ਸੰਗਤ ਜਾਗਰੂਕ ਹੋ ਰਹੀ ਹੈ। ਕਿਧਰੇ ਸੰਗਤਾਂ ਦਾ ਹੜ ਆ ਕੇ ਉਸ ਜਗ੍ਹਾ ਨੂੰ ਆਪ ਖੋਲ੍ਹਣਾ, ਇਹਨਾਂ ਦੀ ਬਣਾਈ ਹੋਈ ਇਮਾਰਤ ਨੂੰ ਢਾਹ ਕੇ ਸੁੱਟਣ ਨਾ ਆ ਜਾਣ, ਇਸ ਲਈ ਇਹਨੂੰ ਫਟਾਫਟ ਬਣਾ ਦਿਓ। ਨਹੀਂ ਤੇ ਜੋ ਇਹਨਾਂ ਦੀ ਹਾਲਤ ਹੈ, ਦਰਵਾਜ਼ਿਆਂ ਦੀ ਮੁਰੰਮਤ ਕਰਨੀ ਹੈ। 9 ਸਾਲ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਲਾ ਕੇ ਰੱਖੇ ਛੱਡੇ, 9 ਸਾਲ ਗਰਾਈ ਕੀਤੀ, 9 ਸਾਲਾਂ ਦੇ ਵਿੱਚ ਉਹਦਾ ਹਾਥੀ ਦੰਦ ਵੀ ਖਾ ਗਏ। ਉਹਦੀ ਵੀ ਐਪਲੀਕੇਸ਼ਨ ਲਾਈ ਹੋਈ ਹੈ ਸਾਡੇ ਭਾਈ ਬਲਵਿੰਦਰ ਸਿੰਘ ਪੜੈਣ ਹੋਣਾ ਵੱਲੋਂ। ਹਾਥੀ ਦੰਦ ਕਿੱਥੇ ਹੈ ਉਹ ਪੁੱਛ ਰਹੇ ਅਸੀਂ, ਉਹਦਾ ਕੋਈ ਜਵਾਬ ਨਹੀਂ। 9 ਸਾਲ ਗਰਾਈ ਖਾਧੀ ਜਾਂਦੀ ਹੈ, 3 ਮਹੀਨਿਆਂ 'ਚ ਬਣਾ ਕੇ ਲਾਏ ਜਾਂਦੇ ਨੇ। ਬਾਕੀ ਗੁਰਦੁਆਰਿਆਂ 'ਚ ਜਾ ਕੇ ਦੇਖ ਲਓ, ਸ਼੍ਰੋਮਣੀ ਕਮੇਟੀ ਹਾੜੇ ਕੱਢਦੀ ਹੈ, ਬਾਬਾ ਜੀ ਇਹਨੂੰ ਛੇਤੀ ਨੇਪਰੇ ਚੜ੍ਹ ਦਿਓ, ਨਹੀਂ ਚੜ੍ਹਦੀਆਂ। ਪਰ ਇਹ ਦਿਨ ਰਾਤ ਇੱਕ ਕਰਕੇ ਸਾਰੇ ਕੰਮਾਂ ਨੂੰ ਰੋਕ ਕੇ, ਇਹਦੇ ਪਿੱਛੇ ਕੀ ਰੀਜਨ ਹੈ, ਕੀ ਚੋਰੀ ਹੈ, ਕੀ ਕੱਢਿਆ, ਕੀ ਵੇਚਿਆ, ਕੀ ਢਾਇਆ ਹੈ, ਕੀ ਨੁਕਸਾਨ ਕੀਤਾ ਤੇ ਕੀ ਹੋਰ ਕਰਨਾ ਹੈ, ਇਹਦਾ ਜਵਾਬ ਸ਼੍ਰੋਮਣੀ ਕਮੇਟੀ ਤੇ ਕਾਬਜ ਨਰੈਣੂ ਕੋੜਮਾ ਤੇ ਕਸ਼ਮੀਰ ਸਿੰਘ ਬਾਬਾ ਭੂਰੀ ਵਾਲਾ ਹੀ ਦਊ, ਕਿਉਂਕਿ ਇਹ ਸਾਰੇ ਸਵਾਲਾਂ ਦੇ ਜਵਾਬ ਉਹੀ ਦੇ ਸਕਦੇ ਆ। ਤਾਂ ਜਿਹੜਾ 4 ਤਰੀਕ ਦਾ ਪ੍ਰੋਗਰਾਮ ਹੈ, ਉਹਦਾ ਕਿਸ ਤਰ੍ਹਾਂ ਦਾ ਪਲਾਨ ਹੋਏਗਾ? ਕਿੰਨੀ ਸੰਗਤ ਜਾਊਗੀ? ਕੀ ਤੁਸੀਂ ਉਹਨਾਂ ਦੇ ਮਿਸਤਰੀ ਰੋਕਣ ਦੀ ਕੋਸ਼ਿਸ਼ ਕਰੋਗੇ, ਉਹ ਉਸਾਰੀ ਰੁਕਵਾਉਣ ਦੀ ਕੋਸ਼ਿਸ਼ ਕਰੋਗੇ? ਤਾਂ ਉੱਥੇ ਝੜਪ ਦੇ ਆਸਾਰ ਹੋ ਸਕਦੇ, ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਗਏ ਸੀ ਉਸ ਦਿਨ ਵੀ ਇਹ ਉਸਾਰੀ ਰੋਕ ਦਿਓ, ਤੁਹਾਡੇ ਨਾਲ ਬਜ਼ੁਰਗ ਸੀ, ਉਹਨਾਂ ਦੇ ਹੱਥ ਤੇ ਸਰੀਆ ਵੱਜਿਆ, ਕਾਫੀ ਤਿੱਖਾ ਟਕਰਾਅ ਹੋ ਗਿਆ। ਤੁਹਾਡੀਆਂ ਸ਼੍ਰੀ ਸਾਹਿਬ ਸੀ ਜਿਹੜੀਆਂ ਉਹ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਉਹਨਾਂ ਨੇ ਫੜ ਲਈਆਂ। ਤਾਂ ਜੇ ਕੁਝ ਇਸ ਤਰ੍ਹਾਂ ਦਾ ਕੋਈ ਖੂਨ ਖਰਾਬਾ ਹੁੰਦਾ ਤਾਂ ਇਹਦਾ ਕੀ ਮਾਇਨੇ ਹੈ? ਕੌਣ ਜ਼ਿੰਮੇਵਾਰ ਆ? ਤਾਂ ਕੀ ਸ਼੍ਰੋਮਣੀ ਕਮੇਟੀ ਨੂੰ ਜਾਂ ਤੁਹਾਨੂੰ ਆਸ ਹੈ, ਜਾਂ ਤੁਹਾਨੂੰ ਲੱਗਦਾ ਵੀ ਉਸ ਤੋਂ ਪਹਿਲਾਂ ਹੀ ਕੁਝ ਬੈਠ ਕੇ ਇਹਦੀ ਗੱਲਬਾਤ ਹੋ ਜੂਗੀ? ਜਾਂ ਜਿਵੇਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਹੈਗੇ ਆ, ਕਿਉਂਕਿ ਤੁਹਾਡੇ ਨਾਲ ਅੱਜ ਹਜ਼ਾਰਾਂ ਸਿੱਖ ਸੰਗਤ ਇਕੱਠੀ ਹੋਈ ਆ, ਉਹ ਚਾਹੁੰਦੀ ਵੀ ਪੁਰਾਤਨ ਇਮਾਰਤਾਂ ਸਾਂਭੀਆਂ ਜਾਣ। ਇਸ ਸੰਸਥਾ ਦੀ ਵੀ ਹਾਲਾਂਕਿ ਨਹੀਂ ਇਸੇ ਕੰਮ ਵਾਸਤੇ ਰੱਖੀ ਗਈ ਸੀ ਵੀ ਗੁਰੂ ਆਸ਼ੇ ਅਨੁਸਾਰ ਇਮਾਰਤਾਂ ਸਾਂਭੀਆਂ ਜਾਣ, ਗੁਰੂ ਦੀਆਂ ਨਿਸ਼ਾਨੀਆਂ ਸਾਂਭੀਆਂ ਜਾਣ, ਗੁਰੂ ਪਾਤਸ਼ਾਹ ਦਾ ਉਪਦੇਸ਼ ਸਾਂਭਿਆ ਜਾਵੇ। ਤਾਂ ਇਹ ਸੰਗਤ ਵੀ ਉਸੇ ਗੱਲ ਦੀ ਹਾਮੀ ਭਰਦੀ ਆ। ਤਾਂ 4 ਤਰੀਕ ਦਾ ਭਵਿੱਖਤ ਜਿਹੜਾ ਪੂਰਾ ਪਲਾਨ ਕਿਸ ਤਰ੍ਹਾਂ ਦਾ ਹੋਊਗਾ? ਕਿੰਨੇ ਲੋਕ ਜਾਓਗੇ, ਕਿੰਨੀ ਸੰਗਤ ਜਾਊਗੀ, ਸ਼ਸਤਰ ਲੈ ਕੇ ਜਾਓਗੇ, ਕਿਸ ਤਰ੍ਹਾਂ ਦਾ ਹੋਊਗਾ ਸਰ? ਸ਼ਸਤਰ ਤਾਂ ਸਾਡੇ ਗੁਰੂ ਸਾਹਿਬਾਂ ਕੋਲੇ ਵੀ ਸੀ, ਗੁਰੂ ਅਰਜਨ ਸਾਹਿਬ ਵੀ ਸਾਥੀ ਲੈ ਕੇ ਜਾਂਦੇ ਆ, ਸ਼ਸਤਰ ਬੰਨ੍ਹ ਜਾਂਦੇ ਆ। ਗੁਰੂ ਨਾਨਕ ਸਾਹਿਬ ਵੀ ਸ਼ਸਤਰਧਾਰੀ ਸਨ, ਬਿਨਾਂ ਸ਼ਸਤਰ ਤੋਂ ਨਹੀਂ ਸੀ। ਔਰ ਗੁਰੂ ਤੇਗ ਬਹਾਦਰ ਸਾਹਿਬ ਵੀ ਗਏ। ਇੱਥੇ ਵੀ ਭਾਈ ਲਛਮਣ ਸਿੰਘ ਹੋਣਾ ਕੋਲੇ ਵੀ ਸ਼ਸਤਰ ਸੀਗੇ। ਇਹੋ ਜਿਹੇ ਯੋਧੇ ਵੀ ਸੀ ਜਿਹੜਾ ਸ਼ੇਰ ਦਾ ਚੁਬਾੜਾ ਫੜ ਕੇ ਪਾੜ ਦਿੰਦੇ ਸੀਗੇ, ਇੰਨੇ ਤਾਕਤਵਰ। ਪਰ ਉਹਨਾਂ ਨੂੰ ਹਦਾਇਤ ਸੀ, ਅਸੀਂ ਲੜਨ ਨਹੀਂ ਚੱਲੇ, ਅਸੀਂ ਕਬਜ਼ਾ ਤੋੜਨਾ ਹੈ, ਅਸੀਂ ਗੈਰ ਕਾਨੂੰਨੀ ਕੰਮ ਰੋਕਣਾ ਹੈ, ਜ਼ਬਰ ਦਾ ਮੁਕਾਬਲਾ ਸਬਰ ਨਾ ਕਰਾਂਗੇ। ਠੀਕ ਆ, ਇਹਨਾਂ ਨੂੰ ਪੁੱਛ ਲਿਓ ਵੀ ਇਹਨਾਂ ਨੇ ਕਿੰਨੀ ਕੁ ਗੁੰਡਾ ਬ੍ਰਿਗੇਡ ਇਕੱਠੀ ਕੀਤੀ ਹੈ, ਕਿੰਨੀਆਂ ਕਿਰਪਾਨਾਂ ਨਾਲ ਕਮਰੇ ਭਰੇ ਆ, ਕਿੰਨੇ ਕੁ ਬਦਮਾਸ਼ ਬੁਲਾਏ ਨੇ ਵੱਖ-ਵੱਖ ਚਿਹਰਿਆਂ 'ਚ ਵੀ ਸ਼੍ਰੋਮਣੀ ਕਮੇਟੀ ਬਦਨਾਮ ਨਾ ਹੋਵੇ, ਇਹਨਾਂ ਨੂੰ ਫਲਾਣਾ ਕੁੱਟ ਗਿਆ, ਉਹ ਬੰਦਾ ਸਾਡਾ ਨਹੀਂ ਸੀ। ਸਾਨੂੰ ਇਹ ਵੀ ਪਤਾ ਲੱਗਿਆ ਆ, ਇਹਨਾਂ ਨੇ ਉੱਥੇ ਬੰਦੇ ਇਕੱਠੇ ਕੀਤੇ ਆ ਜਿਨ੍ਹਾਂ ਦੇ ਰੂਪ ਵੱਖ-ਵੱਖ ਬਣਾਏ ਆ, ਵੀ ਸਾਡੇ ਬੰਦੇ ਨਹੀਂ ਪਏ, ਇਹ ਉਹਨਾਂ ਦੇ ਸਨ। ਇਹ ਵੀ ਸਾਨੂੰ ਪਤਾ ਲੱਗਿਆ। ਇਹ ਹੁਣ ਉਹਨਾਂ ਨੂੰ ਪੁੱਛ ਲਿਓ ਤੁਸੀਂ ਜਾ ਕੇ, ਮੇਰੇ ਵੀਰ ਮੀਡੀਆ ਵਾਲੇ, ਵੀ ਤੁਸੀਂ ਉਹਨਾਂ ਨੂੰ ਮਾਰਨ ਦੀ ਕਿਹੜੀ ਤਿਆਰੀ ਕੀਤੀ ਆ ਤੇ ਕਿਵੇਂ ਮਾਰਨੇ। ਕਿਉਂਕਿ ਅਸੀਂ ਤਾਂ ਹੁਣ ਦਹੀਂ ਨਾਲ ਇਸ਼ਨਾਨ ਕਰਕੇ ਜਾਵਾਂਗੇ ਵੀ ਸਾਡਾ ਆਖਰੀ ਦਿਨ ਆ, ਤੇ ਜਾਂ ਨਰੈਣੂ ਰਹੂਗਾ ਜਾਂ ਸ਼ਹੀਦ ਭਾਈ ਲਛਮਣ ਸਿੰਘ ਦੇ ਵਾਰਸ ਇੱਕ ਪਾਸੇ ਹੋਣਗੇ। ਸਾਡਾ ਤਕਰਾਰਬਾਜ਼ੀ ਕਰਨਾ, ਗਲ ਪੈਣਾ ਸਾਡਾ ਕੰਮ ਨਹੀਂ ਹੈ, ਕਿਉਂਕਿ ਅਸੀਂ ਗੁਰੂ ਘਰ ਜਾਣਾ। ਇਹਨਾਂ ਨੇ ਅਗਰ ਸਾਡੇ ਗਲ ਪੈਣਾ ਹੈ ਤੇ ਜੀ ਸਦਕੇ ਪੈਣ, ਫਿਰ ਜ਼ਬਰ ਦਾ ਮੁਕਾਬਲਾ ਉਵੇਂ ਹੀ ਹੋਊਗਾ।
ਮਹਾਰਾਜ ਜੀ ਨੇ ਕਿਹਾ ਸੀ, ਮੈਂ ਹਾਂ ਤੇਗ, ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ। ਸਾਨੂੰ ਲਕਬ ਹੈ ਤੇਗ ਬਹਾਦਰੀ ਦਾ, ਸਾਡੇ ਛਾਵੇਂ ਨਹੀਂ ਸਕਦੀਆਂ ਹੋ ਤੇਗਾਂ। ਅਸੀਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਵੇਖ ਪਿਤਾ ਦੀਆਂ ਪਹਿਨੀਆਂ 2 ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਨੂੰ, ਰਿਆ ਪਰਖਦਾ ਤੇਰਾ ਪਿਓ ਤੇਗਾਂ। ਔਰੰਗਜ਼ੇਬ ਅੱਗੇ ਦੇਖ, ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ। ਜੇ ਦੀ ਤੇਗ ਵਿੱਚੋਂ ਅਜਿਹੀ ਤੇਗ ਨਿਕਲੂ, ਲੱਖਾਂ ਲੈ ਗਈ ਤੇਰੀਆਂ ਖੋਹ ਤੇਗਾਂ। ਤੁਸੀਂ ਕੀ ਸੋਚਦੇ ਹੋ, ਸਾਨੂੰ ਮਾਰ ਕੇ ਆਵਾਜ਼ ਬੰਦ ਕਰ ਲੋਗੇ? ਸਾਡਾ ਕਤਲ ਕਰਵਾ ਕੇ ਕੀ ਤੁਸੀਂ ਜਿੱਤ ਜਾਓਗੇ? ਭੁਲੇਖਾ ਆ। ਇੱਥੇ ਤਾਂ ਫਿਰ ਗੁਰੂ ਸਾਹਿਬ ਵੀ ਕਹਿੰਦੇ ਨੇ, ਮਗਰ ਖਾਲਸਾ ਹੈ ਤੇ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਸਤਿਗੁਰੂ ਜੀਆਂ ਨੇ ਇਹ ਸ਼ੁਰੂ ਤੋਂ ਆਦਿ ਕਾਲ ਤੋਂ ਸਾਡਾ ਚੱਲਿਆ ਆਉਂਦਾ ਹੈ, ਗੁਰੂ ਦਾ ਵੀ ਤੇ ਸਿੱਖ ਦਾ ਵੀ, ਔਰ ਸਾਡਾ ਵੀ ਅੱਗੇ ਬਾਬੇ ਕਿਆਂ ਬਾਬਰ ਕਿਆਂ ਦਾ ਤੁਰਿਆ ਆਉਂਦਾ ਹੈ। ਇਸ ਲਈ ਇਹਨਾਂ ਨੂੰ ਪੁੱਛ ਲਿਓ ਵੀ ਇਹਨਾਂ ਨੇ ਕਿੰਨਾ ਕੁ ਤਸ਼ੱਦਦ ਕਰਨਾ ਹੈ, ਤੇ ਸਾਡੀ ਅਰਦਾਸ ਜ਼ਰੂਰ ਕਰ ਦਿਓ ਵੀ ਸਤਿਗੁਰੂ ਸਾਨੂੰ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੀ ਤਾਕਤ ਬਖਸ਼ੇ। ਤਾਂ 4 ਤਰੀਕ ਨੂੰ ਜ਼ਰੂਰ ਇਹ ਪੂਰੀ ਦੁਨੀਆ ਦੀ ਉਡੀਕ ਰਹੇਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਕਾਰ ਸੇਵਾ ਭੂਰੀ ਵਾਲੇ, ਜਿਨ੍ਹਾਂ ਵੱਲੋਂ ਲਗਾਤਾਰ ਜਿਹੜਾ ਇਮਾਰਤ ਦਾ ਉਸਾਰੀ ਦਾ ਕੰਮ ਦਿਨ ਭਰ ਰਾਤ ਚੱਲ ਰਿਹਾ ਹੈ, ਤਾਂ ਉਹ ਸੇਵਾ ਨੂੰ, ਉਸ ਪੂਰੀ ਦਾ ਪੂਰੀ ਇਮਾਰਤ ਨੂੰ ਜਿਹੜੀ ਕਿ ਰੁਕਵਾ ਕੇ, ਉਹ ਜਿਹੜੀ ਪੁਰਾਤਨ ਇਮਾਰਤ ਨਿਕਲੀ ਹੈ ਉਹਦੀ ਪਹਿਲਾਂ ਸਾਂਭ ਸੰਭਾਲ ਦੇ ਵਾਸਤੇ ਕੁਝ ਅਹਿਮ ਯਤਨ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇ। ਤਾਂ ਵਡਾਲਾ ਸਾਹਿਬ, ਜਦੋਂ ਅਸੀਂ ਤੁਹਾਡਾ ਪਿੱਛੇ ਜਾਂਦੇ ਹਾਂ, ਦਰਬਾਰ ਸਾਹਿਬ ਦੀ ਪਰਿਕਰਮਾ ਦੇ ਬਿਲਕੁਲ ਲਾਗੇ ਮਹਾਰਾਜਾ ਰਣਜੀਤ ਸਿੰਘ, ਰਾਣੀ ਜਿੰਦ ਕੌਰ ਦਾ ਬੁੰਗਾ ਹੋਇਆ ਕਰਦਾ ਸੀ। ਜਦੋਂ ਅੰਗਰੇਜ਼ਾਂ ਦਾ ਰਾਜ ਆਇਆ, ਸਿੱਖ ਰਾਜ ਖਤਮ ਹੋਇਆ, ਉਹਨਾਂ ਨੇ ਉਹ ਬੁੰਗੇ ਢਾਹ ਕੇ ਕੈਥੋਲਿਕ ਚਰਚ ਬਣਾਇਆ। ਉਹ ਚਾਹੁੰਦੇ ਸੀ ਹਰਮੰਦਰ ਕੈਥੋਲਿਕ ਟਾਵਰ ਬਣਾਇਆ। ਉਹ ਚਾਹੁੰਦੇ ਸੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨੂੰ ਵੀ ਅਸੀਂ ਚਰਚ ਬਣਾਈਏ। ਫਿਰ ਇੱਕ ਕੁਦਰਤੀ ਵਰਤਾਰਾ ਵਾਪਰਿਆ, ਜਿਹੜਾ ਅੱਜ ਵੀ ਦਰਸ਼ਨੀ ਡਿਊਟੀ ਦੇ ਉੱਤੇ ਲਿਖਿਆ ਹੋਇਆ, ਕੁਦਰਤੀ ਚਮਤਕਾਰ ਦਰਬਾਰ ਸਾਹਿਬ 'ਚ ਵਾਪਰਿਆ। ਮੈਨੂੰ ਯਾਦ ਹੈ, ਮੈਂ 5-7 ਸਾਲ ਪਹਿਲਾਂ ਪੜ੍ਹਿਆ, ਮੈਨੂੰ ਬੜੀ, ਮੈਂ ਕਿਹਾ ਕਿਵੇਂ ਕੋਈ ਲਾਈਟ ਆਈ ਹੋਊਗੀ, ਕਿ ਉਦੋਂ ਮੈਂ ਵੀ ਇੱਕ ਜਿਹੜਾ ਨਵਾਂ ਸਾਡਾ ਸ਼ਕੀਨ ਬਾਬਾ ਆ, ਮਾੜਾ ਮੋਟਾ ਅਸਰ ਕਈ ਵਾਰੀ ਹੋ ਜਾਂਦਾ ਸਾਡੇ 'ਤੇ। ਤਾਂ ਬੀਤੇ ਦਿਨ ਮੈਂ ਭਾਈ ਸਤਿੰਦਰ ਸਿੰਘ ਆ, ਇਤਿਹਾਸਕਾਰ ਆ, ਖੋਜੀ ਆ, ਲੁਧਿਆਣੇ ਤੋਂ ਸੱਜਣ, ਉਹਨਾਂ ਨੇ ਬੜੇ ਸਾਨੂੰ ਤੱਥ ਦਿਖਾਏ ਵੀ ਇਸ ਤਰ੍ਹਾਂ ਅੰਗਰੇਜ਼ਾਂ ਨੇ ਜਿਹੜਾ ਕਿ ਉੱਥੇ ਕੈਥੋਲਿਕ ਟਾਵਰ ਬਣਾਇਆ, ਉਹ ਦਰਬਾਰ ਸਾਹਿਬ ਨੂੰ ਜਿਹੜਾ ਕਿ ਉਹ ਚਰਚ ਬਣਾਉਣਾ ਚਾਹੁੰਦੇ ਸੀ, ਪਰ ਗੁਰੂ ਪਾਤਸ਼ਾਹ ਨੇ ਇੱਕ ਜਿਹੜਾ ਅਲੌਕਿਕ ਨਜ਼ਾਰਾ ਵਿਖਾਇਆ ਵੀ ਜਿਹੜਾ ਗੁਰੂ ਦੀਆਂ ਨਿਸ਼ਾਨੀਆਂ ਨੂੰ ਢਾਉਣ ਦੀ ਕੋਸ਼ਿਸ਼ ਕਰੇਗਾ, ਗੁਰੂ ਦਰਬਾਰ ਨੂੰ ਜਿਹੜਾ ਉਹ ਮਲੀਆਮੇਟ ਕਰਨ ਦੀ ਮਨ ਦੇ ਵਿੱਚ ਸੋਚੇਗਾ ਵੀ ਉਹਦੇ ਨਾਲ ਇਹ ਹਸ਼ਰ ਹੋਏਗਾ। ਤਾਂ ਉਹਨਾਂ ਨੇ ਪਲਾਨ ਜਿਹੜਾ ਰੱਦ ਕਰਤਾ। ਸਿੱਖ ਰਾਜ ਗਿਆ, ਅੰਗਰੇਜ਼ਾਂ ਦਾ ਰਾਜ ਆਇਆ, ਉਹਨਾਂ ਨੇ ਕੈਥੋਲਿਕ ਟਾਵਰ ਬਣਾਇਆ। ਅੱਜ ਤੇ ਜਿਹੜੀ ਸਾਂਭ ਸੰਭਾਲਿਆ ਸ਼੍ਰੋਮਣੀ ਕਮੇਟੀ ਕੋਲੇ ਆ, ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟਲ। ਗੁਰੂ ਕਾ ਸਿੱਖ, ਚਾਹੇ ਉਹ ਸ਼ਹੀਦੀ ਦੀ ਅਰਦਾਸ ਹੋਵੇ, ਚਾਹੇ ਜਨਮ ਦੀ ਹੋਵੇ, ਚਾਹੇ ਖੁਸ਼ੀ ਦੀ ਹੋਵੇ, ਗਮੀ ਦੀ ਹੋਵੇ, ਪੜ੍ਹਦਾ। ਤਾਂ ਚੌਂਕੀਆਂ, ਝੰਡੇ, ਬੁੰਗਿਆਂ ਨੂੰ ਸਾਡੀ ਖੁਦ ਸੰਸਥਾ, ਸਾਡੀਆਂ ਖੁਦ ਸੰਸਥਾਵਾਂ ਕਿਉਂ ਢਾਉਣ ਨੂੰ ਕਾਹਲੀਆਂ ਨੇ? ਇਹ ਕਿੱਡੀ ਕੁ ਬੇਈਮਾਨੀ ਵੱਡੀ ਹੈ। ਇਹ ਢਾਉਣ ਨੂੰ ਇਸ ਕਰਕੇ ਕਾਹਲੀਆਂ ਨੇ ਕਿ ਕਿਸੇ ਦਰਵਾਜ਼ੇ ਨੂੰ ਵੇਖ ਕੇ, ਦਰਸ਼ਨੀ ਡਿਉੜੀ ਦੇ ਨੂੰ, ਤੁਹਾਡੇ ਮਨਾਂ ਦੇ ਵਿੱਚ ਜੱਸਾ ਸਿੰਘ ਆਹਲੂਵਾਲੀਆ ਬਾਬਾ, ਬਘੇਲ ਸਿੰਘ ਸਾਡੇ ਬਾਬੇ, ਨਵਾਬ ਕਪੂਰ ਸਿੰਘ ਬਾਬੇ, ਚੇਤੇ ਆ ਕੇ ਕਿਤੇ ਉਹ ਸਿੱਖ ਰਾਜ ਵਾਲੀ ਚਿੰਗ ਨਾ ਬਲ ਜਾਏ ਵੀ ਅਸੀਂ ਵੀ ਕਦੇ ਸਰਦਾਰ ਸੀ। ਮਸਾਂ ਤੇ ਨਚਾਰਾਂ ਦੇ ਪੁੱਤ ਬਣਾਏ, ਨੱਚਣ ਲਾਏ ਆ। ਇਹ ਨਚਾਰਾਂ ਦੇ ਬੱਚੇ ਕਿਧਰੇ ਸਰਦਾਰਾਂ ਦੇ ਪੁੱਤ ਨਾ ਬਣ ਜਾਣ। ਇਸ ਲਈ ਤੁਹਾਡੇ ਬੁੰਗੇ, ਕਿਲਾ ਲੋਹਗੜ੍ਹ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਵਾਲਾ, 12 ਦਰੀ ਸ਼ੇਰੇ ਪੰਜਾਬ ਵਾਲੀ, ਹੋਰ ਬੇਅੰਤ ਵਿਰਾਸਤਾਂ ਜਿਹੜੀਆਂ ਇਹਨਾਂ ਨੇ ਇਸ ਕਰਕੇ ਤੋੜੀਆਂ। ਦੀਦਾਰ ਖਾਲਸੇ ਦਾ ਜਿਹੜਾ ਮਹਾਰਾਜ ਜੀ ਨੇ ਬਚਨ ਕੀਤਾ ਨਾ, ਸਿੱਖ ਨੇ ਕਰਨਾ ਹੈ। ਦੀਦਾਰ ਖਾਲਸੇ ਦਾ ਅਸੀਂ ਅਜਾਇਬ ਘਰ ਚੋਂ ਵੀ ਕਰਦੇ ਹਾਂ, ਦੀਦਾਰ ਖਾਲਸੇ ਦਾ ਅਸੀਂ ਸਿੱਖੀ ਸਰੂਪ ਚੋਂ ਕਰਦੇ ਹਾਂ, ਦੀਦਾਰ ਖਾਲਸੇ ਦਾ ਅਸੀਂ ਪੁਰਾਤਨ ਵਿਰਾਸਤਾਂ ਚੋਂ ਕਰਦੇ ਹਾਂ, ਜਿਹੜਾ ਕਿ ਇਹ ਬੰਦ ਕਰਨਾ ਚਾਹੁੰਦੇ ਨੇ। ਕਿਉਂਕਿ ਖਾਲਸੇ ਦਾ ਦੀਦਾਰ ਹੋਏਗਾ, ਇਹ ਪਰਚਾ ਸ਼ਬਦ ਦਾ ਪਾਉਣਗੇ, ਪਰਚਾ ਸ਼ਬਦ ਦਾ ਪੈ ਗਏ ਤੇ ਪੂਜਾ ਅਕਾਲ ਕੀ ਹੋਏਗੀ, ਪੂਜਾ ਅਕਾਲ ਕੀ ਹੋਏਗੀ ਤੇ ਫਿਰ ਅਕਾਲ ਸਾਹਮਣੇ ਆਉਂਦਾ ਹੈ। ਇਸ ਲਈ ਉਹਨੂੰ ਰੋਕਣ ਲਈ ਇਹ ਕੋਝੀਆਂ ਚਾਲਾਂ ਨੇ, ਸਮੇਂ ਨਾਲ ਇਹ ਇਹਨਾਂ ਨੇ ਕੀਤਾ। ਪਰ ਉਦੋਂ ਜੇ ਉਹ ਚਰਚ ਵਰਗਾ ਉਹਨਾਂ ਨੇ ਘੰਟਾ ਘਰ ਬਣਾਇਆ, ਉਦੋਂ ਸਾਡੇ ਬਜ਼ੁਰਗ ਜਿਹੜੇ ਸੀ ਉਹ ਕਿਸੇ ਦੇ ਕੁੰਡੇ ਹੇਠ ਨਹੀਂ ਸਨ, ਉਹਨਾਂ ਨੇ ਬਚਾ ਲਿਆ। ਪਰ ਹੁਣ ਇਹ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਨੇ, ਇਹ ਹੈ ਹੀ ਉਹਨਾਂ ਦੀਆਂ ਕੱਠ ਪੁਤਲੀਆਂ ਨੇ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਨੂੰ ਕੁਝ ਹੋਰ ਬਣਾਉਣਾ ਚਾਹੁੰਦੇ ਨੇ। ਉਹਦੇ ਲਈ ਵੱਡਾ ਯੋਗਦਾਨ ਇਹਨਾਂ ਵੱਲੋਂ ਪਾਇਆ ਜਾ ਰਿਹਾ। ਤਾਂ ਵਡਾਲਾ ਸਾਹਿਬ, ਕਦਮ ਦਰ ਕਦਮ ਬਹੁਤ ਸਾਰੀਆਂ ਜਿਹੜੀਆਂ ਕਿ
ਮੁਸ਼ਕਲਾਂ ਜਿਹੜੀਆਂ ਹੈਗੀਆਂ ਆਉਂਦੀਆਂ ਨੇ ਸਿੱਖ ਸੰਸਥਾਵਾਂ ਨੂੰ। ਸ਼੍ਰੋਮਣੀ ਕਮੇਟੀ ਦੇ ਚੱਲ ਰਹੇ ਪ੍ਰਬੰਧ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ, ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਨੇ ਇਹਨਾਂ ਦੇ ਪ੍ਰਬੰਧਕ ਜਿਹੜੇ ਹੈਗੇ ਆ, ਪ੍ਰਧਾਨ ਆ ਜਾਂ ਉਹ ਕਰਦੇ ਰਹਿੰਦੇ ਆ। ਬਲਾਤਕਾਰੀ ਸੌਦਾ ਸਾਹਿਬ ਨੂੰ ਬਿਨ ਮੰਗੇ ਮੁਆਫੀ ਆ ਜਾਂ ਆਪੂ ਬਣੀ ਚਿੱਠੀ ਆ, ਬਹੁਤ ਵੱਡਾ ਵਿਵਾਦ ਆ ਜਿਹੜਾ ਕਿ ਰਹਿੰਦੀ ਦੁਨੀਆ ਤੱਕ ਇੱਕ ਵੱਡਾ ਧੱਬਾ ਹੈਗਾ। ਉਹ ਉਸ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਦੇ ਉੱਤੇ ਲੱਗਿਆ ਰਹੇਗਾ ਵੀ ਉਹਨੇ ਇਹ ਫੈਸਲਾ ਕੀਤਾ। ਜਿੱਥੇ ਅਸੀਂ ਅਕਾਲੀ ਫੂਲਾ ਸਿੰਘ ਨੂੰ ਯਾਦ ਕਰਾਂਗੇ, ਉੱਥੇ ਇਹਨਾਂ ਨੂੰ ਵੀ ਯਾਦ ਕਰਾਂਗੇ। ਤਾਂ ਵਡਾਲਾ ਸਾਹਿਬ, ਸਦੀਵੀ ਹੱਲ ਕੀ ਇਹਨਾਂ ਚੀਜ਼ਾਂ ਦਾ? ਕਦੇ ਅਸੀਂ ਉਹ ਬਲਾਤਕਾਰੀ ਸੌਦਾ ਸਾਹਿਬ ਦੀ ਬਿਨ ਮੰਗੇ ਮਾਫੀ ਨੂੰ ਰੋਨੇ ਆ, ਕਦੇ ਅਸੀਂ ਇਸ ਗੱਲ ਨੂੰ ਰੋਨੇ ਆ ਵੀ ਸ਼੍ਰੋਮਣੀ ਕਮੇਟੀ ਦੇ ਬੰਦੇ ਸੀ, ਇਹਨਾਂ ਨੇ ਧਰਮ ਯੁੱਧ ਮੋਰਚਾ ਸੰਤ ਜਰਨੈਲ ਸਿੰਘ ਦੇ ਬਰਾਬਰ ਖੜਾ ਕੀਤਾ, ਹੱਥ ਖੜੇ ਕਰਕੇ ਬਾਹਰ ਆ ਗਏ। ਉਸ ਤੋਂ ਬਾਅਦ ਅਸੀਂ ਹੋਰ ਕਈ ਗੱਲਾਂ ਨੂੰ ਰੋਨੇ ਵੀ ਇਹਨਾਂ ਨੇ ਸਰੂਪ ਜਿਹੜੇ ਆ ਮਹਿੰਗੇ ਹੱਥ ਲਿਖਤ ਬੀੜਾਂ ਉਹ ਵੇਚੀਆਂ ਗਈਆਂ ਨੇ। ਹੱਥ ਲਿਖਤ ਜਿਹੜੇ ਚਿੱਤਰ ਹੈਗੇ ਆ ਪੁਰਾਤਨ, ਉਹ ਵੇਚੇ ਗਏ ਆ। ਨਿਸ਼ਾਨੀਆਂ ਗੁਰੂ ਪਾਤਸ਼ਾਹ ਦੀਆਂ ਵੇਚੀਆਂ ਗਈਆਂ ਨੇ। ਕਰੋੜ ਰੁਪਏ ਦੀ ਬੀੜ ਜਿਹੜੀ ਦਰਬਾਰ ਸਾਹਿਬ ਚੋਂ ਲਿਜਾ ਕੇ ਚੋਰੀ ਵੇਚੀ ਗਈ ਆ। ਉਹ ਬੜਾ ਵੱਡਾ ਜਿਹੜਾ ਪੂਰਾ ਡਿਸਕਸ ਹੀ ਕਰ ਸਕਦੇ ਆ। ਤਾਂ ਸਦੀਵੀ ਹੱਲ ਕੀ ਆ? ਤਾਂ ਸਾਨੂੰ ਰੋਜ਼ ਧਰਨੇ ਨਾ ਲਾਉਣੇ ਪੈਣ। ਦਰਬਾਰ ਸਾਹਿਬ ਦੇ ਬਾਹਰ ਧਰਨਾ ਲਾਉਣਾ, ਸੰਗਤ 'ਚ ਕੋਈ ਗੈਰ ਸਿੱਖ ਟੱਪਦਾ ਹੋਊਗਾ, ਕੋਈ ਗੈਰ ਪੰਜਾਬੀ ਟੱਪਦਾ, ਉਹ ਤੁਹਾਨੂੰ ਪਤਾ ਦੁਨੀਆ ਭਰ ਦੀ ਸੰਗਤ ਇੱਥੇ ਆਉਂਦੀ ਆ, ਉਹ ਦੇਖਦਾ ਹੋਊਗਾ ਵੀ ਸਿੱਖਾਂ ਦੀ ਸੰਸਥਾ ਦੇ ਖਿਲਾਫ ਸਿੱਖ ਹੀ ਧਰਨਾ ਲਾਈ ਬੈਠੇ ਆ। ਇਹ ਕਿੰਨੀ ਕੁ ਸੁਹਾਵਣੀ ਗੱਲ ਆ। ਇਹਦਾ ਸਦੀਵੀ ਹੱਲ ਕੀ ਹੈ ਤੁਹਾਨੂੰ? ਸਦੀਵੀ ਹੱਲ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ। ਸਾਡਾ ਪ੍ਰਬੰਧਕੀ ਢਾਂਚਾ ਇਲੈਕਸ਼ਨ ਵਾਲਾ ਨਹੀਂ ਹੈ, ਸਿਲੈਕਸ਼ਨ ਵਾਲਾ ਹੈ। 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੁੰਦੀ ਹੈ। 25 ਚ ਜਾ ਕੇ ਉਹਦਾ ਐਕਟ ਬਣਾ ਕੇ ਸਾਡੇ ਗਲ ਇਲੈਕਸ਼ਨ ਪਾਈ ਜਾਂਦੀ। ਸਾਡੇ ਬਜ਼ੁਰਗਾਂ ਦੀ ਮੈਂ ਬੇਈਮਾਨੀ ਨਹੀਂ ਕਹਾਂਗਾ, ਪਰ ਬੇਸਮਝੀ ਕਿਤੇ ਨਾ ਕਿਤੇ ਹੈਗੀ ਆ, ਜਿਹਦੇ ਕਾਰਨ ਇਲੈਕਸ਼ਨ ਸਿਸਟਮ ਸਾਡੇ ਗਲ 'ਚ ਪੈ ਗਿਆ। ਸਿਆਸੀ ਲੋਕਾਂ ਨੇ ਇਲੈਕਸ਼ਨ ਲੜੀ, ਸਰਕਾਰ ਨੇ ਆਪਣੇ ਕੁੰਡੇ ਹੇਠ ਲੈ ਲਿਆ, ਜਿਹਦੇ ਕਾਰਨ ਇਹ ਸਾਰਾ ਘਟਨਾਕ੍ਰਮ ਵਾਪਰਿਆ ਤੇ ਵਾਪਰਿਆ। ਅੱਜ ਇਹਦਾ ਸਦੀਵੀ ਹੱਲ ਮੁੜ ਉਹੀ ਹੈ ਕਿ ਗੁਰਦੁਆਰਿਆਂ ਦੇ ਵਿੱਚੋਂ ਚੋਣਾਂ ਕੱਢਣੀਆਂ। ਸਰਕਾਰ ਗੁਰਦੁਆਰੇ ਦੀ ਚੋਣ ਕਿਉਂ ਕਰਵਾਵੇ? ਸਿਆਸੀ ਲੋਕ ਗੁਰਦੁਆਰੇ ਦੀਆਂ ਚੋਣਾਂ ਵਿੱਚ ਭਾਗ ਕਿਉਂ ਲੈਣ? ਇਹਨੂੰ ਰੋਕਣ ਲਈ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਸਿੱਖ ਸਦਭਾਵਨਾ ਦਲ ਵੱਲੋਂ ਅਪੀਲ ਕਰਦਾ ਹਾਂ, ਬੇਸ਼ੱਕ ਗੁਰੂ ਕੇ ਸਿੱਖੋ, ਤੁਸੀਂ ਮੇਰੇ ਵੱਲੋਂ ਇਲੈਕਸ਼ਨ ਨਾ ਲੜੋ, ਆਪਣੇ ਵੱਲੋਂ ਲੜ ਲਓ, ਆਜ਼ਾਦ ਲੜ ਲਓ, ਆਪਣੇ ਇਲਾਕੇ 'ਚ ਲੜੋ, ਪਰ ਬਾਦਲਾਂ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਲੜ ਕੇ ਧਾਰਮਿਕ ਤੌਰ ਤੇ ਉਸ ਹਾਊਸ 'ਚ ਜਾ ਕੇ ਇਹ ਸਾਰੀਆਂ ਬਿਮਾਰੀਆਂ ਦਾ ਹੱਲ ਕੀਤਾ ਜਾ ਸਕਦਾ ਹੈ। ਉਹਦੇ ਤੋਂ ਬਿਨਾਂ ਹੱਲ ਕੋਈ ਨਹੀਂ। ਇਲੈਕਸ਼ਨ ਵਾਲੇ ਲੋਕ ਸਿਲੈਕਸ਼ਨ ਵਾਲੇ ਇਲੈਕਸ਼ਨ 'ਚ ਫਸ ਗਏ। ਹੁਣ ਲੜ ਕੇ ਸਾਨੂੰ ਇਲੈਕਸ਼ਨ 'ਚੋਂ ਨਿਕਲ ਕੇ ਸਿਲੈਕਸ਼ਨ 'ਚ ਜਾਣਾ ਪੈਣਾ ਹੈ। ਲੰਮਾ ਕੰਮ ਹੈ, ਕਰਨਾ ਪੈਣਾ ਆ। ਤੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਦਾ ਹੈ, ਬੇਸ਼ੱਕ ਐਮਐਲਏ ਦੀਆਂ ਵੋਟਾਂ ਰਹਿ ਜਾਣ, ਇੱਥੇ 3 ਟੱਬਰ ਨੇ ਜੀ ਜਿਹੜੇ ਰਾਜ ਕਰਦੇ ਆ, ਵਾਰੀ ਉਹਨਾਂ ਬੱਧੀ ਹੋਈ ਉਹੀ ਆਉਂਦੇ ਤੇ ਚਲੇ ਜਾਂਦੇ। ਉਹ ਸਾਡਾ ਹੱਲ ਤਾਂ ਕੋਈ ਨਿਕਲ ਨਹੀਂ ਰਿਹਾ। ਇਹਦੇ ਲਈ ਸਿੱਖ ਨੌਜਵਾਨੀ, ਸਿੱਖ ਬੱਚੇ ਬੱਚੀਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਆਪ ਬਣਾਓ, ਆਪ ਖੜੋ, ਆਪ ਲੜੋ, ਆਪ ਜਿੱਤੋ, ਆਪ ਅੱਗੇ ਆਵੋ, ਤਾਂ ਜੋ ਸਾਨੂੰ ਕਿਸੇ ਦੇ ਹੱਥਾਂ ਵੱਲ ਨਾ ਵੇਖਣਾ ਪਵੇ। ਆ ਜਿਹੜੇ ਅੱਜ ਅਸੀਂ ਧਰਨੇ ਲਾ ਮੋਰਚੇ ਲਾਉਣ ਵਾਲਾ ਕੰਮ, ਇਹ ਸਾਡੀ ਆਉਣ ਵਾਲੀ ਪਨੀਰੀ ਦੇ ਗਲੋਂ ਲੱਥ ਜੂਗਾ। ਹੱਲ ਇਹੀ ਹੈ। ਤਾਂ ਹੱਲ ਜਿਹੜਾ ਭਾਈ ਬਲਦੇਵ ਸਿੰਘ ਵਡਾਲਾ ਪਹਿਲਾਂ ਵੀ ਕਈ ਵਾਰ ਗੱਲ ਕਰ ਚੁੱਕੇ ਵੀ ਹੱਲ ਇਹ ਆ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਖੁਦ ਜਾ ਕੇ ਉਹਨਾਂ ਸੀਟਾਂ ਤੇ ਬੈਠਿਆ ਜਾਵੇ, ਪ੍ਰਧਾਨ ਜਿਹੜਾ ਉਹ ਹੋਵੇ ਜਿਹੜੇ ਬਾਹਰ ਧਰਨਾ ਦੇ ਰਹੇ। ਵਡਾਲਾ ਸਾਹਿਬ, ਪਿਛਲੇ ਸਾਲ ਵੀ ਧਰਨਾ ਲੱਗਿਆ ਸੀ, ਜਿਹੜੇ 200 328 ਸਰੂਪ, ਉਸ ਤੋਂ ਬਾਅਦ 467 500 1000 ਤੱਕ ਵੀ ਗਿਣਤੀ ਜਿਹੜੀ ਹੁੰਦੀ ਗਈ ਆ। ਉਹ ਮਸਲਾ ਬੜਾ ਅਹਿਮ ਸੀ ਪਰ ਵਿੱਚੇ ਨੱਪ ਲਿਆ ਗਿਆ। ਧਰਨਾ ਦੇ ਰਹੀ ਸਿੱਖ ਸੰਗਤ ਦੇ ਉੱਤੇ ਲਾਠੀ ਚਾਰਜ ਹੋਇਆ, ਪੱਗਾਂ ਲਾਈਆਂ, ਬਹੁਤ ਕੁਝ ਹੋਇਆ, ਸਿੱਖ ਆਪਸ 'ਚ ਲੜੇ। ਤਾਂ ਬਦਨਾਮੀ ਤੁਹਾਨੂੰ ਪਤਾ, ਬਹੁਤ ਸਾਰਾ ਮੀਡੀਆ ਜਿਹੜਾ ਫਿਰ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬੜਾ ਉਛਾਲ ਕੇ ਦੇਖਦਾ ਵੀ ਵੇਖੋ ਜੀ ਗੋਲਡਨ ਟੈਂਪਲ ਮੇ ਤਲਵਾਰਾਂ ਚਲੀ ਹੈ, ਇਸ ਤਰ੍ਹਾਂ ਉਸ ਤਰ੍ਹਾਂ। ਤਾਂ ਵਡਾਲਾ ਸਾਹਿਬ, ਇਲੈਕਸ਼ਨ ਹੋਏ ਆ ਪਿਛਲੇ ਸ਼੍ਰੋਮਣੀ ਕਮੇਟੀ ਦੇ 2009-10 ਦੇ ਵਿੱਚ। ਉਦੋਂ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ, ਪੰਥਕ ਧਿਰਾਂ ਨੇ ਵੀ ਇਲੈਕਸ਼ਨ ਲੜੇ ਸੀ, ਪਰ ਸੰਗਤ ਨੇ ਵੋਟ ਨਹੀਂ ਪਾਈ। ਤਾਂ ਲੋਕ ਅਜੇ ਵੀ ਇਹਨਾਂ ਨੂੰ ਚਾਹੁੰਦੇ ਨੇ। ਕੀ ਲੱਗਦਾ ਲੋਕ ਅਜੇ ਵੀ ਇਹਨਾਂ ਨੂੰ ਚਾਹੁੰਦੇ ਨੇ? ਨਾਲੇ ਧਰਨੇ ਵੀ ਲਾਈ ਜਾਂਦੇ, ਨਾਲੇ ਵੋਟਾਂ ਵੀ ਪਾਈ ਜਾਂਦੇ ਆ, ਨਾਲੇ ਉਹਨਾਂ ਨੂੰ ਸੀਟਾਂ ਦਿੱਤੀਆਂ ਹੋਈਆਂ, ਨਾਲੇ ਧਰਨੇ ਲਾਈ ਜਾਂਦੇ ਆ। ਇਹਦਾ ਕੀ ਕਾਰਨ ਆ? ਹਜ਼ਾਰਾਂ ਲੋਕ ਇੱਥੇ ਆਏ ਆ ਔਰ ਇਲੈਕਸ਼ਨ ਵੋਟ ਵੀ ਪਾਉਣ ਵਾਲੇ ਇਹੀ ਲੋਕ ਹੈਗੇ ਨੇ। ਇਹ ਕੀ ਕਾਰਨ ਹੈ? ਉਹਦੇ ਕਈ ਕਾਰਨ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੋਣਾਂ 'ਚ ਫਸਾਇਆ ਗਿਆ, ਇਸ ਚੀਜ਼ ਨੂੰ ਲੁਕਾ ਕੇ ਰੱਖਿਆ ਗਿਆ। ਆਮ ਨੌਜਵਾਨ ਤੱਕ ਗੱਲ ਨਹੀਂ ਜਾਣ ਦਿੱਤੀ। ਵੋਟਾਂ ਕਦੋਂ ਹੋਈਆਂ, ਕਿਹੜੇ ਵੇਲੇ ਹੋਈਆਂ। ਜੇ 100 ਬੰਦਿਆਂ ਦੀ ਵੋਟ ਪੈਣੀ ਆ ਤੇ 10 ਨੂੰ ਪਤਾ ਲੱਗਣ ਦਿੱਤਾ, 90 ਨੂੰ ਨਹੀਂ।
10 ਨੇ ਹੀ ਚੋਣ ਕਰ ਲਈ ਹੈ, ਪ੍ਰਧਾਨ ਕੌਣ ਹੈ, ਸੈਕਟਰੀ ਕੌਣ ਹੈ, ਐਸਾ ਹੋਇਆ। ਦੂਸਰੀ ਗੱਲ ਜਿਹੜੀ ਪਿੱਛੇ ਇਲੈਕਸ਼ਨ ਹੋਈ ਉਹਦੇ ਵਿੱਚ ਸਹਿਜਧਾਰੀ ਵੋਟ ਦਾ ਸਿਆਪਾ ਖੜਾ ਕਰਕੇ ਸਿੱਖ ਬੱਚਿਆਂ ਦੀਆਂ ਵੋਟਾਂ ਨਾ ਬਣਾ ਕੇ ਸਹਿਜਧਾਰੀ ਦੀ ਵੋਟ ਪਵਾ ਕੇ ਤੇ ਬਾਦਲ ਕੇ ਅੱਗੇ ਆਏ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਹਿਜਧਾਰੀ ਸ਼ਬਦ ਤੋਂ ਇਹ ਔਖੇ ਹੋ ਗਏ, ਹੁਣ ਉਹਨੂੰ ਕੱਢਤਾ ਜੀ। ਹੁਣ ਇਹਨਾਂ ਨੇ ਸਿੱਖ ਬੱਚਿਆਂ ਵੱਲ ਵੇਖਿਆ ਵੀ ਬਹੁ ਗਿਣਤੀ ਸਿੱਖਾਂ ਦੀ ਘੁੰਨ-ਮੁੰਨ ਹੋ ਗਈ। ਹੁਣ ਇਹ ਆਪਣੇ ਬੰਦਿਆਂ ਦੀਆਂ 6 ਮਹੀਨੇ ਦਿਹਾੜੀਆਂ ਰਖਾਉਣਗੇ, ਉਹਨਾਂ ਦੀਆਂ ਵੋਟਾਂ ਪਾਉਣਗੇ ਤੇ ਉਹ ਆਪ ਜਾ ਕੇ ਜਿੱਤਣਗੇ, ਜੋ ਕਿ ਇਹ ਸ਼ੁਰੂ ਤੋਂ ਕਰਦੇ ਆ ਰਿਹਾ। ਔਰ ਉਦੋਂ ਅਗਲੀ ਗੱਲ, ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਸੀਗੀਆਂ, ਮੈਂ ਬੇਈਮਾਨ ਨਹੀਂ ਕਵਾਂਗਾ, ਪਰ ਗਲਤੀਆਂ ਜ਼ਰੂਰ ਹੋਈਆਂ। ਜੇ 2009 ਦੀ ਜਾਂ 10 ਦੀ ਇਲੈਕਸ਼ਨ 11 ਦੀ ਲੜੀ ਗਈ, ਮੇਰੇ ਖਿਆਲ 11 ਚ ਹੋਈ ਹੈ, ਲੜੀ ਜਾਂਦੀ ਹੈ, ਉਹਦੇ ਵਿੱਚ ਜੇ 20 25 30 ਜਥੇਬੰਦੀਆਂ ਇਕੱਠੀਆਂ ਹੋ ਕੇ ਲੜੀਆਂ, ਲੜਨ ਤੋਂ ਬਾਅਦ 47% ਉਹਨਾਂ ਨੂੰ ਵੋਟ ਪਏ ਆ, ਸੀਟਾਂ ਵੀ ਗਈਆਂ, ਮੇਰੇ ਕੋਲ ਰਿਕਾਰਡ ਹੈ ਉਹਦਾ, ਸੀਟਾਂ ਵੀ ਲੈ ਗਏ। ਅਫਸੋਸ ਕਿ ਸੀਟਾਂ ਖੜ ਕੇ ਵੋਟਾਂ ਲੈਣ ਤੋਂ ਬਾਅਦ ਬੇਸ਼ੱਕ ਬਾਦਲ ਕੇ ਕਾਬਜ ਹੋ ਗਏ, ਇਹਨਾਂ 35 40 ਜਿੰਨੀਆਂ ਵੀ ਜਥੇਬੰਦੀਆਂ ਸੀ ਕਿ ਫਰਜ਼ ਨਹੀਂ ਸੀ ਬਣਦਾ, 22 ਜ਼ਿਲ੍ਹੇ ਨੇ 23 ਹੋ ਗਏ, 23 ਪ੍ਰਧਾਨ ਬਣਾ ਦਿਓ, ਆਪੋਜੀਸ਼ਨ ਖੜੀ ਕਰੋ। ਜਿੰਨਾ ਚਿਰ ਅਗਲੀ ਇਲੈਕਸ਼ਨ ਨਹੀਂ ਹੁੰਦੀ ਉਹਨਾਂ ਚਿਰ ਸਾਡੀ ਇਹ ਧਿਰ ਜਿਹੜੀ ਹੈ ਵਿਰੋਧੀ ਧਿਰ ਦਾ ਰੋਲ ਅਦਾ ਕਰਕੇ ਹਰ ਖਾਮੀ ਨੂੰ ਸੰਗਤ ਦੇ ਸਾਹਮਣੇ ਰੱਖੂ, ਫਰਜ਼ ਬਣਦਾ ਸੀ। ਪਰ ਇਹ 11 ਸਾਲਾਂ 'ਚ ਮੈਨੂੰ ਦੱਸ ਦਿਓ ਕਿਹੜੀ ਜਥੇਬੰਦੀ ਨੇ ਕਿੰਨੇ ਜ਼ਿਲ੍ਹਿਆਂ 'ਚ ਬਣਾ ਕੇ ਤੇ ਕੌਮ ਨੂੰ ਦਿੱਤੇ ਆ, ਜਿਨ੍ਹਾਂ ਨੇ ਹੁਣ ਤੱਕ ਮੁੱਦੇ ਚੁੱਕੇ ਆ। ਇਹ ਤੇ ਸਿੱਖ ਸੰਗਤ ਆਪ ਚੁੱਕ ਰਹੀ ਹੈ ਜਾਂ ਮੀਡੀਆ ਸੋਸ਼ਲ ਜਿਹੜਾ ਉਹ 'ਚ ਯੋਗਦਾਨ ਪਾ ਰਿਹਾ, ਕਿਉਂਕਿ ਵੱਡੇ ਤਾਂ ਇਹਨਾਂ ਨੇ ਖਰੀਦ ਲਿਆ, ਕੁਸਕਣ ਨਹੀਂ ਦਿੰਦੇ, ਮਰਜ਼ੀ ਨਾਲ ਖਬਰਾਂ ਲੱਗਦੀਆਂ, ਮਰਜ਼ੀ ਨਾਲ ਬਾਹਰ ਨਿਕਲਦੀਆਂ। ਤੇ ਸ਼ੁਕਰ ਹੈ ਕਿ ਸੋਸ਼ਲ ਮੀਡੀਆ ਸਾਡੇ ਹੱਥ 'ਚ ਆ ਗਿਆ ਵੀ ਜਿਹੜਾ ਅਸੀਂ ਤੁਹਾਡੇ ਥਰੂ ਗੱਲ ਕਰ ਲੈਨੇ। ਇਸ ਲਈ ਇਹ ਗਲਤੀਆਂ ਹੋਈਆਂ, ਜਾਂ ਤਾਂ ਸਾਰੇ ਲਾੜੇ ਸੀ ਜਾਂ ਸਾਰੇ ਬਰਾਤੀ ਸੀ। ਇਹ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਧੜਾ ਤੇ ਥੜਾ ਦੇ ਨਹੀਂ ਸਕੇ। ਕੋਸ਼ਿਸ਼ ਕਰਾਂਗੇ ਕਿ ਗੁਰੂ ਕਿਰਪਾ ਕਰੇ ਕਿ ਹੁਣ ਸਾਰਿਆਂ ਨਾਲ ਮਿਲ ਕੇ ਉਹ ਦਿੱਤਾ ਜਾਵੇ ਕਿ ਪੰਥ ਮੁੜ ਆਪਣੇ ਪੈਰਾਂ ਸਿਰ ਚੜ੍ਹਦੀ ਕਲਾ 'ਚ ਹੋਵੇ। ਪੰਥ ਮੁੜ ਆਪਣੇ ਪੈਰਾਂ ਸਿਰ ਚੜ੍ਹਦੀ ਕਲਾ ਹੋਵੇ। ਵਡਾਲਾ ਸਾਹਿਬ, ਇਹ ਗੱਲ ਹਰ ਪੰਥਕ ਸ਼ਖਸੀਅਤ ਕਹਿੰਦੀ ਆ, ਉਹ ਵੀ ਕਹਿੰਦੇ ਆ ਜਿਨ੍ਹਾਂ ਨੂੰ ਸਰਬੱਤ ਖਾਲਸਾ ਦੇ ਵਿੱਚ ਲੱਖਾਂ ਸਿੰਘ ਸੰਗਤ ਨੇ ਦੁਨੀਆ ਭਰ ਦੇ ਵਿੱਚੋਂ ਆ ਕੇ ਤਨ ਮਨ ਧਨ ਦਾ ਸਹਿਯੋਗ ਦਿੱਤਾ ਔਰ ਬਰਗਾੜੀ ਮੋਰਚਾ ਲੱਗਿਆ। ਬੜੀ ਵੱਡੀ ਕਾਮਯਾਬੀ ਮੋਰਚੇ ਦੇ ਵਿੱਚ ਇਹ ਮਿਲੀ ਵੀ ਦੁਨੀਆ ਭਰ ਦੀ ਨਜ਼ਰ ਉਸ ਮੋਰਚੇ ਤੇ ਟਿਕੀ ਰਹੀ। ਸਰਕਾਰ ਨੇ ਕਈ ਕੋਸ਼ਿਸ਼ਾਂ ਕੀਤੀਆਂ, ਪਰ ਜਿੰਨਾ ਚਿਰ ਮੋਰਚਾ ਚੱਲਦਾ ਰਿਹਾ ਸੰਗਤ ਪਿੱਛੇ ਨਹੀਂ ਹਟੀ, ਜਦੋਂ ਹਟੇ ਆਗੂ ਪਿੱਛੇ ਹਟੇ। ਤਾਂ ਤੁਹਾਨੂੰ ਲੱਗਦਾ ਵੀ ਸਭ ਤੋਂ ਵੱਡੀ ਅਹਿਮ ਲੋੜ ਇਸ ਗੱਲ ਦੀ ਆ, ਜਿੰਨੀਆਂ ਧਿਰਾਂ ਲੋਕ ਸੰਗਤ ਪਿੱਛੇ ਨਹੀਂ, ਸੰਗਤ ਅੱਜ ਵੀ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਆ ਗਈ ਆ, ਬਰਗਾੜੀ ਮੋਰਚੇ 'ਚ ਵੀ ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਆਉਂਦੀ ਰਹੀ ਆ। ਸਰਬੱਤ ਖਾਲਸਾ ਤਾਂ ਰਿਕਾਰਡ ਹੀ ਤੋਂ 7-8 ਲੱਖ ਬੰਦਾ ਆ ਗਿਆ। ਜੇ ਕਿਤੇ ਧਰਨਾ ਲੱਗਦਾ ਸੰਗਤ ਉੱਥੇ ਵੀ ਆ ਜਾਂਦੀ ਆ, ਜੇ ਕਿਤੇ ਸੰਗਤ ਆ ਜਾਂਦੀ ਆ। ਜਦੋਂ ਲੁਕਦਾ ਛੁਕਦਾ ਝੁਕਦਾ ਵਿਕਦਾ ਲੀਡਰ ਵਿਕਦਾ, ਉਹ ਚਲਾਕੀ ਨਾਲ ਹੋਵੇ, ਉਹ ਸਿੱਧੇ ਤੌਰ ਤੇ ਹੋਵੇ, ਅਸਿੱਧੇ ਤੌਰ ਤੇ ਹੋਵੇ। ਤੁਹਾਨੂੰ ਕੀ ਲੱਗਦਾ? ਪਹਿਲੀ ਗੱਲ, ਆਗੂਆਂ ਨੂੰ ਇਸ ਗੱਲ ਦੀ ਮਾਫ ਕਰਨਾ ਲੱਜਾ ਵੀ ਉਹ ਸੰਗਤਾਂ ਦੇ ਨਾਲ ਧਰੋ ਕਮਾ ਰਹੇ ਆ, ਗੱਲਾਂ ਵੱਡੀਆਂ ਵੱਡੀਆਂ ਕਰਨੀਆਂ। ਗੁਰੂ ਸਾਹਿਬ ਦੀ ਹਜ਼ੂਰੀ ਵੀ ਸੀ, ਗੁਰੂ ਮਹਾਰਾਜ ਦਾ ਸਰੂਪ ਸਰਬੱਤ ਖਾਲਸਾ 'ਚ ਵੀ ਸੀ, ਉਹ ਵੀ ਬਹੁਤ ਸਤਿਕਾਰਯੋਗ ਨੇ। ਸਾਰਿਆਂ ਨੇ ਕੌਮ ਲਈ ਕੁਰਬਾਨੀਆਂ ਉਹਨਾਂ ਦੇ ਪਰਿਵਾਰਾਂ ਨੇ ਵੀ ਦਿੱਤੀਆਂ ਨੇ, ਘਾਲਣਾ ਵੀ ਘਾਲੀ ਹੋਏਗੀ। ਪਰ ਜਦੋਂ ਇਸ ਤਰ੍ਹਾਂ ਹੋ ਜਾਂਦਾ, ਮੰਨ ਲਓ ਮੈਂ ਨੌਜਵਾਨ ਆ, ਮੈਂ ਸਰਬੱਤ ਖਾਲਸਾ 'ਚ ਵੀ ਗਿਆ, ਜਿਹੜੇ ਉੱਥੇ ਜਥੇਦਾਰ ਸਾਹਿਬਾਨ ਚੁਣੇ ਗਏ ਅੱਜ ਉਹ ਉਸ ਤਰ੍ਹਾਂ ਦੀ ਅਗਵਾਈ ਨਹੀਂ ਦੇ ਰਹੇ, ਮੇਰਾ ਮਨ ਦੁਖੀ, ਯਾਰ ਗੱਲ ਬਣੀ ਨਹੀਂ। ਫਿਰ ਮੈਂ ਬਰਗਾੜੀ ਮੋਰਚੇ 'ਚ ਬੱਸਾਂ ਜਾਂਦਾ ਰਿਹਾ, ਬਹੁਤ ਕੁਝ ਕਰਦਾ ਰਿਹਾ, ਮੈਂ ਕਿਹਾ ਯਾਰ ਗੱਲ ਬਣੀ ਨਹੀਂ। ਫਿਰ ਮੈਂ ਦਿੱਲੀ ਮੋਰਚਾ ਲੱਗ ਗਿਆ, ਮੈਂ ਉੱਥੇ ਵੀ ਜਾਂਦਾ ਰਿਹਾ। 26 ਜਨਵਰੀ ਵਾਲਾ ਕੰਮ ਹੋ ਗਿਆ, ਪਰਚੇ ਸਾਡੇ ਤੇ ਪੈ ਗਏ, ਉਹ ਕਹਿੰਦੇ ਵੀ ਇਹ ਸ਼ਰਾਰਤੀ ਆ, ਯਾਰ ਗੱਲ ਬਣੀ ਨਹੀਂ। ਆਖਿਰ ਕੌਮ ਕਿੱਧਰ ਨੂੰ ਜਾਊਗੀ? ਕੀ ਕੋਈ ਅਜਿਹਾ ਸਮਾਂ ਆਊਗਾ ਜਿੰਨੀਆਂ ਧਿਰਾਂ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਕੱਠੇ ਹੋ ਕੇ ਇੱਕ ਧਿਰ ਬਣ ਕੇ, ਬਾਦਲ ਪਰਿਵਾਰ ਕੋਲ, ਅਕਾਲੀ ਦਲ ਬਾਦਲ ਕੋਲੇ ਮੈਨ ਪਾਵਰ ਵੀ ਹੈ, ਮਨੀ ਪਾਵਰ ਵੀ ਹੈ, ਵੀ ਖੁੱਲੀ ਤਰੀਕੇ ਵੀ ਆ, ਔਰ ਅਸੀਂ 10 ਥਾਂ ਹੀ ਖਲੋ ਜਾਂਦੇ ਆ। ਇਹ ਵਡਾਲਾ ਸਾਹਿਬ ਗਰੁੱਪ ਹੈ ਜੀ, ਇਹ ਸਿੰਘ ਸਾਹਿਬ ਰਣਜੀਤ ਸਿੰਘ ਗਰੁੱਪ ਆ ਜੀ, ਇਹ ਸਰਨਾ ਗਰੁੱਪ ਆ ਜੀ, ਇਹ ਪੰਥਕ ਗਰੁੱਪ ਆ ਜੀ, ਇਹ ਮਾਨ ਗਰੁੱਪ ਆ ਜੀ, ਔਰ ਉਹ ਇਕੱਲੇ ਖਲੋਤੇ ਆ, ਉਹਨਾਂ ਕੋਲ ਸਭ ਕੁਝ ਆ ਔਰ ਉਹ ਘਰੇ ਬੈਠੇ ਜਿੱਤ ਜਾਂਦੇ ਆ। ਤਾਂ ਤੁਸੀਂ ਆਸ ਕਰਦੇ ਹੋ ਜਾਂ ਸੰਗਤ ਤੁਹਾਡੇ ਤੋਂ ਇਹ ਆਸ ਰੱਖੇ ਵੀ ਕੁਝ ਕੋਸ਼ਿਸ਼ਾਂ ਅਜਿਹੀਆਂ ਕੀਤੀਆਂ ਜਾਣਗੀਆਂ ਵੀ ਅਗਲੀ ਵਾਰ ਸਾਰੇ ਗੁਰੂ ਦੀ ਹਜ਼ੂਰੀ 'ਚ ਇਕੱਠੇ, ਕਿਉਂਕਿ ਆਸ਼ਾ ਸਾਰਿਆਂ ਦਾ ਇੱਕ ਹੈ, ਕਹਿੰਦੇ ਸਾਰੇ ਇਹੀ ਹੈ ਵੀ ਪੰਥ ਨੂੰ ਜੀ ਇਹਨਾਂ ਤੋਂ ਆਜ਼ਾਦ ਕਰਾਉਣਾ, ਪਰ ਹੋ ਨਹੀਂ ਰਿਹਾ ਪੰਥ ਆਜ਼ਾਦ। ਕਿੱਡੀ ਕੁ ਗੱਲ ਆ, ਇੱਕ ਪਰਿਵਾਰ ਹੀ ਐਡਾ ਤਗੜਾ ਹੋ ਗਿਆ ਵੀ ਸਾਰੀ ਕੌਮ ਇੱਕ ਪਾਸੇ, ਉਹ ਇਕੱਲੇ ਇੱਕ ਪਾਸੇ ਆ। ਜਿਸ ਕੌਮ ਦੇ ਸਿਰ ਤੇ ਉਹ ਹੁਣ ਤੱਕ ਰੋਟੀਆਂ ਸੇਕਦੇ ਆਏ ਆ, ਉਸ ਕੌਮ ਲਈ ਉਹਨਾਂ ਨੂੰ ਲਾਉਣਾ ਕੋਈ ਔਖਾ ਨਹੀਂ। ਪੰਥ ਨੂੰ ਆਗੂ ਲੀਡਰ ਵਿਕ ਜਾਂਦੇ ਆ, ਝੂਠ ਬੋਲਦੇ ਆ,
ਜੋ ਕਹਿੰਦੇ ਨੇ ਕਰਦੇ ਨਹੀਂ, ਜੋ ਕਰਦੇ ਉਹ ਕਹਿੰਦੇ ਨੇ। ਪਰ ਇੱਥੇ ਸਿੱਖੀ ਦਾ ਸਵਾਲ ਹੈ, ਨਾ ਤੇ ਮੈਂ ਆਗੂ ਹਾਂ, ਨਾ ਮੈਂ ਲੀਡਰ ਹਾਂ, ਮੈਂ ਇੱਕ ਆਮ ਸੇਵਾਦਾਰ ਹਾਂ। ਗੁਰੂ ਕੀ ਸੰਗਤ ਨੇ ਜੋੜੇ ਝਾੜਨ ਦੀ ਸੇਵਾ ਲਾਈ ਹੈ। ਸੇਵਾਦਾਰ ਸਿੱਖ ਨਾ ਵਿਕਦੇ ਨੇ, ਨਾ ਝੁਕਦੇ ਨੇ, ਨਾ ਉਹ ਝੂਠ ਬੋਲਦੇ ਨੇ। ਐਸਾ ਕਰਨ ਵਾਲੇ ਸਿੱਖ ਨਹੀਂ ਹੁੰਦੇ। ਆਗੂ ਹੋ ਸਕਦੇ ਆ, ਲੀਡਰ ਹੋ ਸਕਦੇ ਆ, ਪਰ ਸਿੱਖ ਨੀਤੀ ਵਿੱਚ ਐਸਾ ਕੁਝ ਨਹੀਂ। ਉਹ ਰਾਜਨੀਤੀ 'ਚ, ਨੀਚ ਨੀਤੀ 'ਚ ਚੱਲਦਾ ਹੈ। ਤੇ ਜਿੱਥੋਂ ਤੱਕ ਇਕੱਠੇ ਹੋਣ ਦਾ ਸਵਾਲ ਹੈ, ਇਹ ਲੜਾਈ ਧਾਰਮਿਕ ਹੈ। ਅੱਜ ਤੁਸੀਂ ਇਹ ਨਾ ਕਹੋ ਵੀ ਇਕੱਠੇ ਨਹੀਂ ਹੁੰਦੇ, ਇਹ ਕਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਹੈ। ਸਿਆਸੀ ਲੋਕਾਂ ਦਾ ਬਾਈਕਾਟ ਕਰਕੇ ਧਾਰਮਿਕ ਲੋਕਾਂ ਨੂੰ ਚੁਣੋ। ਜਦੋਂ ਧਾਰਮਿਕਤਾ ਦੀ ਗੱਲ ਆਊਗੀ, ਇਹ ਸਾਰੇ ਗਲੋਂ ਲੈ ਜਾਣਗੇ, ਇਕੱਲੇ ਹੀ ਰਹਿ ਜਾਓਗੇ। ਗੱਲ ਇੰਨੀ ਹੈ। ਇਹ ਨਾ ਕਹੋ ਇਕੱਠੇ ਹੋ। ਅਸੀਂ ਸਿਆਸੀਆਂ ਨੂੰ ਇਕੱਠੇ ਕਰਕੇ ਕੀ ਕਰਨਾ? ਜਿੰਨੀਆਂ ਹੈਗੀਆਂ ਰਾਜਨੀਤਿਕ ਧਿਰਾਂ ਭਾਵ ਕਿ ਕਹਿ ਸਕਦੇ ਹਾਂ, ਜਿੱਦਾਂ ਮੈਂ 5 ਦੇ ਨਾਮ ਲਏ ਆ, ਉਹ ਉਸੇ ਮਨਸ਼ਾ ਤਹਿਤ ਆ ਰਹੇ ਆ। ਨਹੀਂ, ਸਿਆਸੀ ਲੋਕ ਉਹਨਾਂ ਵਿੱਚ ਵੜ ਰਹੇ ਆ, ਪਤਾ ਨਹੀਂ ਲੱਗ ਰਿਹਾ। ਕੋਈ 2 ਮੈਂਬਰ ਜਿੱਦਾਂ ਹੁਣ ਕਹਿੰਦੇ ਜੀ ਸਰਾਂ ਢਾਉਣੀ ਹੈ, ਉਹਦੇ ਵਿੱਚ ਹੁਣ ਢੀਂਡਸਾ ਗਰੁੱਪ ਕਹਿ ਰਿਹਾ ਜੀ ਅਸੀਂ ਬਾਦਲ ਵਿਰੋਧੀ ਹਾਂ। ਪਰ ਬਾਦਲ ਵਿਰੋਧੀ ਮੈਂਬਰ ਹੋ ਕੇ ਉੱਥੇ ਜਾ ਕੇ ਸਰਾਂ ਢਾਉਣ ਦਾ ਮਾਮਲਾ ਨਾਲ ਸਹਿਮਤ ਹੋ ਰਿਹਾ। ਇਸੇ ਲਈ ਸਾਡਾ ਨੁਕਸਾਨ ਹੋ ਰਿਹਾ ਹੈ। ਵੱਡੀ ਗੱਲ ਇਹ ਨਾ ਕਹੋ ਵੀ ਇਕੱਠੇ ਨਹੀਂ ਹੁੰਦੇ, ਇਕੱਠੇ ਹੀ ਆ, ਵੱਖਰੇ ਨਹੀਂ ਆ। ਇਹ ਕਹੋ ਕਿ ਧਾਰਮਿਕ ਲੜਾਈ ਹੈ, ਇਹਦੇ ਵਿੱਚ ਧਾਰਮਿਕ ਸ਼ਖਸੀਅਤਾਂ ਬੈਠਣ, ਨਾ ਕਿ ਸਿਆਸੀ ਲੋਕਾਂ ਵੱਲੋਂ ਨੁਮਾਇੰਦੇ ਲਿਆ ਕੇ ਵਾੜੋ ਜਾਂ ਸਿਆਸੀ ਪਾਰਟੀਆਂ ਦੇ ਧਾਰਮਿਕ ਵਿੰਗ ਬਣ ਕੇ ਚੱਲੋ, ਜਿਹਦੇ ਕਰਕੇ ਨੁਕਸਾਨ ਹੋਇਆ ਹੈ। ਗਲਤੀਆਂ ਤੋਂ ਸਿੱਖ ਲੈਣਾ ਬੜੀ ਵੱਡੀ ਗੱਲ ਹੈ, ਗਲਤੀ ਤੇ ਗਲਤੀ ਕਰਨੀ ਬੜੀ ਮਾੜੀ ਗੱਲ ਹੈ। ਤਾਂ ਇਹ ਸਨ ਭਾਈ ਬਲਦੇਵ ਸਿੰਘ ਜੀ ਵਡਾਲਾ। ਗਲਤੀਆਂ ਤੋਂ ਸਿੱਖ ਲੈਣਾ ਬਹੁਤ ਚੰਗੀ ਗੱਲ ਆ, ਔਰ ਸਿੱਖ ਸ਼ਬਦ ਇਹ ਆ ਵੀ ਪਲ ਪਲ ਹਰ ਸਾਹ ਗੁਰੂ ਦਾ ਸਿੱਖ ਸਿੱਖਦਾ, ਕਿਸੇ ਦੇ ਗੁਣਾਂ ਤੋਂ ਸਿੱਖਦਾ, ਕਿਸੇ ਦੇ ਔਗਣ ਨਹੀਂ ਚਤਾਰਦਾ। ਆਉਣ ਵਾਲਾ ਸਮਾਂ ਦੱਸੇਗਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬੜੀ ਮਾਣਯੋਗ ਸੰਸਥਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਜੀ ਸਿੱਖਾਂ ਦੀ ਸਰਵਉੱਚ ਅਦਾਲਤ ਹੈ। ਸਭ ਕੁਝ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਵਿੱਚ ਚੱਲ ਰਿਹਾ ਹੈ, ਪਰ ਉਹਨਾਂ ਦੀ ਸਾਹਮਣੇ ਬਿਲਕੁਲ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਨੇ, ਵੀਡੀਓ ਵਾਇਰਲ ਹੋ ਰਹੀਆਂ ਨੇ। ਸ਼੍ਰੋਮਣੀ ਕਮੇਟੀ ਵਾਰ-ਵਾਰ ਬਿਆਨ ਬਦਲ ਰਹੀ ਹੈ। ਤਾਂ ਆਉਣ ਵਾਲਾ ਸਮਾਂ ਦੱਸੇਗਾ ਵੀ ਸ਼੍ਰੋਮਣੀ ਕਮੇਟੀ 4 ਤਰੀਕ ਨੂੰ ਜਿਹੜਾ ਐਲਾਨ ਅੱਜ ਪੰਥਕ ਇਕੱਠ ਦੇ ਵਿੱਚੋਂ ਕੀਤਾ ਗਿਆ, ਇਸ ਦਾ ਟਾਕਰਾ, ਇਸ ਦਾ ਮੁਕਾਬਲਾ, ਇਸ ਦਾ ਰਿਪਲਾਈ ਕਰਨ ਦੇ ਵਾਸਤੇ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਕਿ ਉਹ ਬੜੀ ਸੁਹਿਰਦਤਾ ਦੇ ਨਾਲ ਇੱਥੋਂ ਗਈ ਹੋਈ ਸਿੱਖ ਸੰਗਤ ਨੂੰ ਬਿਠਾ ਕੇ ਗੁਰਮੁਖ ਬਹਿਸੋ ਸਭਾ ਵਿਛਾਈ ਦੀ ਗੱਲ ਕਰੇਗੀ, ਜਾਂ ਆਪਣੀ ਟਾਸਕ ਫੋਰਸ ਲਿਆ ਕੇ, ਜਿਸ ਤਰ੍ਹਾਂ ਪਹਿਲਾਂ ਕਈ ਵਾਰ ਹੁੰਦਾ ਰਿਹਾ ਔਰ ਹੋਇਆ, ਕਿਰਪਾਨਾਂ ਚੱਲਣਗੀਆਂ ਜਾਂ ਤਮਾਸ਼ਾ ਦਿਖਾਇਆ ਜਾਵੇਗਾ, ਜਾਂ ਗੱਲ 'ਚ ਪੱਲਾ ਪਾ ਕੇ ਅਰਦਾਸ ਬੇਨਤੀ ਕੀਤੀ ਜਾਵੇ ਕਿ ਬੈਠ ਕੇ ਗੱਲਬਾਤ। ਕਿਉਂਕਿ ਇਮਾਰਤ ਜਿਹੜੀ ਹੈ ਨਾ ਤੇ ਸ਼੍ਰੋਮਣੀ ਕਮੇਟੀ ਦੀ ਹੈ, ਨਾ ਕਿਸੇ ਪਰਿਵਾਰ ਦੀ ਹੈ, ਨਾ ਬਲਦੇਵ ਸਿੰਘ ਵਡਾਲਾ ਦੀ ਹੈ। ਇਮਾਰਤ ਹੈ ਗੁਰੂ ਦਰਬਾਰ ਦੀ। ਭਾਈ ਹਰਪਾਲ ਸਿੰਘ ਦੀ ਲਿਖੀ ਹੋਈ ਕਿਤਾਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ, ਉਹਦੇ 'ਚ ਸਪਸ਼ਟ ਲਿਖਿਆ ਗਿਆ, ਜਿਹੜੀ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪੀ ਹੈ, ਕਿ ਬੁੰਗਿਆਂ ਨੂੰ ਗੁਰਦੁਆਰਿਆਂ ਦਾ ਹਿੱਸਾ ਮੰਨਿਆ ਜਾਂਦਾ ਹੈ। ਪੁਰਾਤਨ ਕਿਤਾਬ ਆ। ਜੇ ਸ਼੍ਰੋਮਣੀ ਕਮੇਟੀ ਖੁਦ ਕਿਤਾਬਾਂ ਦੇ ਵਿੱਚ ਇਹ ਗੱਲ ਲਿਖਦੀ ਰਹੀ ਵੀ ਗੁਰਦੁਆਰਿਆਂ ਦਾ ਹਿੱਸਾ ਮੰਨਿਆ ਜਾਂਦਾ, ਤਾਂ ਬੁੰਗੇ ਨੂੰ ਢਾਉਣ ਵਾਸਤੇ ਕਿਉਂ ਕਾਹਲੀ ਹੈ? ਕੀ ਇਹਦੇ ਵਿੱਚ ਕੋਈ ਬੇਈਮਾਨੀ ਹੈ? ਇਹ 'ਚ ਕੋਈ ਢਿੱਲ ਵਸਿਆ? ਇਹ 'ਚ ਕੀ ਕਾਰਨ ਆ? ਸਿੱਖ ਸੰਗਤ ਸਵਾਲ ਕਰਦੀ ਹੈ। ਦੁਨੀਆ ਦੇ ਵਿੱਚ ਹਜ਼ਾਰਾਂ ਸਾਲ ਪੁਰਾਣੀਆਂ ਇਤਿਹਾਸਕ ਇਮਾਰਤਾਂ ਮੌਜੂਦ ਨੇ, ਹਜ਼ਾਰਾਂ ਸਾਲ ਪੁਰਾਣੀਆਂ ਧਾਰਮਿਕ ਰਾਜਨੀਤਿਕ ਰਾਜਿਆਂ ਦੇ ਮਹਿਲ ਤੱਕ ਮੌਜੂਦ ਨੇ, ਚਰਚ ਮੌਜੂਦ ਨੇ, ਮਸਜਿਦਾਂ ਮੌਜੂਦ ਨੇ, ਮੰਦਿਰ ਵੀ ਮੌਜੂਦ ਨੇ। ਤਾਂ ਸਿੱਖ ਕੌਮ ਜਿਹੜੀ ਮੈਂ 550-600 ਸਾਲ ਪੁਰਾਣੀ ਹੈ, ਇਹਨਾਂ ਦੀ ਕੋਈ ਵੀ ਇਤਿਹਾਸਕ ਇਮਾਰਤ ਅਜੇ ਤੱਕ ਮੌਜੂਦ ਕਿਉਂ ਨਹੀਂ? ਕੀ ਪੂਰੀ ਦੀ ਪੂਰੀ ਬੇਈਮਾਨੀ ਹੈ? ਇਹ 'ਚ ਕੋਈ ਦੋ ਰਾਏ ਨਹੀਂ। ਸਿੱਖ ਕੌਮ ਦਾ ਬਹੁਤ ਭਿਆਨਕ ਸਮਾਂ ਰਿਹਾ। 18ਵੀਂ ਸਦੀ ਦੇ ਵਿੱਚ ਕਈ ਮਹੀਨੇ, ਕਈ ਸਾਲ ਸਿੱਖ ਕੌਮ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੀ ਰਹੀ ਹੈ, ਪਰ ਅੱਜ ਘੋੜਿਆਂ ਦੀਆਂ ਕਾਠੀਆਂ ਤੇ ਨਹੀਂ ਹੈਗੇ ਸਿੱਖ। ਅੱਜ ਸਿੱਖ ਰਾਜ ਕਰਨ ਵਰਗੀ ਹਾਲਾਤ ਦੇ ਵਿੱਚ ਨੇ। ਅੱਜ ਸਿੱਖ ਕਰੋੜਾਂ ਦੀਆਂ ਗੱਡੀਆਂ ਲੈ ਕੇ ਘੁੰਮਦੇ ਨੇ। ਅੱਜ ਸਿੱਖਾਂ ਦਾ ਸਿੱਕਾ ਬੋਲਦਾ ਪੂਰੀ ਦੁਨੀਆ ਦੇ ਵਿੱਚ। ਤਾਂ ਸਿੱਖ ਆਪਣੀ ਇਤਿਹਾਸਕ ਇਮਾਰਤ ਨੂੰ ਸੰਭਾਲਣ ਦੇ ਵਾਸਤੇ ਇੰਨੇ ਢਿੱਲੇ ਕਿਉਂ ਨੇ? ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦਿਖਾਓਗੇ? ਕਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ? ਕਿੱਥੇ ਗੁਰੂ ਪਾਤਸ਼ਾਹ ਆਪਣਾ ਜਿਹੜਾ ਕਿ ਆਸਣ ਲਾਉਂਦੇ ਰਹੇ? ਕਿੱਥੇ ਮਹਾਰਾਜਾ ਰਣਜੀਤ ਸਿੰਘ ਰਾਜ ਕਰਦਾ ਰਿਹਾ? ਇਹ ਆਉਣ ਵਾਲੀਆਂ ਪੀੜ੍ਹੀਆਂ ਸਵਾਲ ਕਰਨਗੀਆਂ। ਆਉਣ ਵਾਲਾ ਸਮਾਂ ਦੱਸੇਗਾ ਸ਼੍ਰੋਮਣੀ ਕਮੇਟੀ ਬਨਾਮ ਜਿਹੜਾ ਕਿ ਭਾਈ ਬਲਦੇਵ ਸਿੰਘ ਵਡਾਲਾ ਦਾ ਦਲ ਕਿਸ ਤਰ੍ਹਾਂ ਦੀ ਜਿਹੜੀ ਨਵੀਂ ਚਰਚਾ ਛਿੜਦੀ ਹੈ। ਸ਼ੁਕਰੀਆ, ਜੁੜੇ ਰਹੋ।